ਮੰਨੈ ਮਾਰਗ ਠਾਕ ਨਾ ਪਾਏ। ਕੱਲ ਅਸੀਂ ਵਿਚਾਰਿਆ ਸੀ ਕਿ ਜੋ ਗੁਰੂ ਜੀ ਦੀ ਗੱਲ ਨੂੰ ਮੰਨ ਲੈਂਦਾ ਹੈ, ਰੱਬੀ ਰਜ਼ਾ ਦੇ ਅੰਦਰ ਜੋ ਤੁਰਦਾ ਹੈ, ਗੁਰੂ ਦੀ ਸਿੱਖਿਆ ਦਾ ਮਨਨ ਕਰਦਾ ਹੈ, ਅਮਲ ਕਰਦਾ ਹੈ, ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜੋ ਅਸੀਂ ਗੁਣ ਪੜ੍ਹੇ ਔਰ ਸੁਣੇ ਨੇ, ਜੋ ਉਹਨਾਂ ਨੂੰ ਇੰਪਲੀਮੈਂਟ ਕਰਦਾ ਹੈ ਜ਼ਿੰਦਗੀ ਵਿੱਚ, ਉਹਦੀ ਉੱਚੀ ਸੋਚ ਬਣ ਜਾਂਦੀ ਹੈ। ਉਹ ਇੱਕ ਮਹਾਨ ਵੱਡੀ ਸ਼ਖਸੀਅਤ ਹੋ ਜਾਂਦਾ ਹੈ ਤੇ ਉਹਦੀ ਸ਼ਖਸੀਅਤ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਇੰਨਾ ਉੱਚਾ ਔਰ ਇੰਨਾ ਉਹ ਮਹਾਨ ਇਨਸਾਨ ਬਣ ਜਾਂਦਾ ਹੈ। ਜੇ ਕੋਈ ਉਹਦੀ ਉੱਚੀ ਸ਼ਖਸੀਅਤ ਬਾਰੇ ਕਹਿਣ ਦਾ ਯਤਨ ਕਰੇ ਤਾਂ ਉਸਨੂੰ ਪਛਤਾਉਣਾ ਪੈਂਦਾ ਹੈ ਔਰ ਇਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਮਾਣਿਆ ਜਾ ਸਕਦਾ ਹੈ। ਇਹ ਵਿਚਾਰ ਕੱਲ ਅਸਾਂ ਖੁੱਲ੍ਹ ਕੇ ਕੀਤੀ ਸੀ ਕਿ ਸੱਚ ਬੋਲਣ ਦਾ ਕੀ ਆਨੰਦ ਹੈ, ਉਹ ਹੀ ਮਾਣ ਸਕਦਾ ਹੈ ਜੋ ਸੱਚ ਬੋਲ ਰਿਹਾ ਹੈ। ਪ੍ਰੇਮ ਦਾ ਕੀ ਆਨੰਦ ਹੈ, ਉਹੀ ਮਨੁੱਖ ਮਾਣ ਸਕਦਾ ਹੈ ਜੋ ਪ੍ਰੇਮ ਕਰ ਰਿਹਾ ਹੈ। ਜਿਸ ਨੇ ਕਦੇ ਪ੍ਰੇਮ ਕੀਤਾ ਨਹੀਂ ਪ੍ਰਭੂ ਨਾਲ, ਗੁਰੂ ਨਾਲ, ਮਨੁੱਖਤਾ ਨਾਲ, ਉਹ ਇਹਦਾ ਆਨੰਦ ਮਾਣ ਨਹੀਂ ਪਾਏਗਾ। ਹੁਣ ਗੁਰੂ ਜੀ ਕਹਿੰਦੇ ਨੇ ਮੰਨੈ ਮਾਰਗ ਠਾਕ ਨਾ ਪਾਏ। ਇੱਥੇ ਮਾਰਗ ਦੇ ਗੱਗੇ ਨਾਲ ਸਿਹਾਰੀ ਲੱਗੀ ਹੈ, ਜਿਸ ਦਾ ਮਤਲਬ ਮਾਰਗ ਵਿੱਚ, ਰਾਸਤੇ ਵਿੱਚ। ਜੇ ਮਾਰਗ ਦੇ ਗੱਗੇ ਥੱਲੇ ਔਂਕੜ ਹੁੰਦਾ ਤਾਂ ਇੱਕ ਮਾਰਗ ਦੀ ਗੱਲ ਹੋਣੀ ਸੀ, ਪਰ ਇਹਦਾ ਅਰਥ ਸਪਸ਼ਟ ਹੋ ਜਾਏਗਾ ਮਾਰਗ ਵਿੱਚ। ਮੰਨੈ ਦਾ ਮਤਲਬ ਮਨਨ ਕਰਕੇ। ਜੇ ਕੋਈ ਗੁਰੂ ਦੇ ਬਚਨਾਂ ਨੂੰ ਮੰਨ ਲਵੇ, ਰੱਬ ਦੀ ਰਜ਼ਾ ਭਾਣੇ ਨੂੰ ਮੰਨ ਲਵੇ, ਤਾਂ ਮਨਨ ਕਰਕੇ। ਠਾਕ ਦਾ ਮਤਲਬ ਕੋਈ ਰੋਕ, ਆਤਮਿਕ ਜੀਵਨ ਦੇ ਰਾਸਤੇ ਦੇ ਅੰਦਰ ਕੋਈ ਰੁਕਾਵਟ ਨਹੀਂ ਪੈਂਦੀ, ਬਿਲਕੁਲ ਬੰਦਾ ਸਫਲਤਾ ਵਾਲੇ ਪਾਸੇ ਵਧਿਆ ਜਾਂਦਾ ਹੈ। ਉਹਦੇ ਆਤਮਿਕ ਜੀਵਨ ਦੇ ਅੰਦਰ ਕੋਈ ਰੁਕਾਵਟ ਖੜੀ ਨਹੀਂ ਕਰ ਸਕਦਾ। ਤੇ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਜੀਵਨ ਵਿੱਚ ਰੁਕਾਵਟਾਂ ਆਉਂਦੀਆਂ ਨਹੀਂ। ਜੇ ਤਾਂ ਰਾਸਤਾ ਬਿਲਕੁਲ ਸਾਫ਼ ਹੋਵੇ, ਕੋਈ ਰੁਕਾਵਟ ਹੋਵੇ ਹੀ ਨਾ, ਤਾਂ ਫਿਰ ਤਾਂ ਜਿਹੜਾ ਮਰਜ਼ੀ ਬੰਦਾ ਤੁਰਿਆ ਜਾਏਗਾ, ਉਹਦੇ ਵਿੱਚ ਕੋਈ ਮਹਾਨਤਾ ਨਹੀਂ ਹੈ। ਮਹਾਨਤਾ ਤਾਂ ਇਹ ਹੈ ਕਿ ਰਾਸਤੇ ਦੇ ਅੰਦਰ ਲੱਖਾਂ ਰੁਕਾਵਟਾਂ ਆਉਣ ਤੇ ਬੰਦਾ ਉਹਨਾਂ ਰੁਕਾਵਟਾਂ ਨੂੰ ਪਾਰ ਕਰ ਜਾਏ। ਰਾਸਤੇ ਵਿੱਚ ਦਰਿਆ ਆਇਆ ਹੈ, ਬੰਦਾ ਦਰਿਆ ਨੂੰ ਪਾਰ ਕਰਦਾ ਹੈ। ਰਾਸਤੇ ਵਿੱਚ ਪਹਾੜ ਆਇਆ ਹੈ, ਬੰਦਾ ਪਹਾੜ ਨੂੰ ਪਾਰ ਕਰੇ। ਜੰਗਲ ਆਇਆ ਹੈ, ਬੰਦਾ ਜੰਗਲ ਦੇ ਵਿੱਚੋਂ ਸ਼ੂਰਵੀਰਤਾ ਦੇ ਨਾਲ ਲੰਘ ਜਾਏ। ਸ਼ੂਰਵੀਰ ਉਹਨਾਂ ਨੂੰ ਕਿਹਾ ਜਾਂਦਾ ਹੈ। ਮਹਾਨਤਾ ਇਸੇ ਚੀਜ਼ ਦੀ ਹੈ। ਸਾਫ਼ ਸੜਕ ਤੇ ਤਾਂ ਕੋਈ ਵੀ ਤੁਰਿਆ ਜਾਏਗਾ, ਰਾਸਤੇ ਵਿੱਚ ਰੋਕਾਂ ਆਉਂਦੀਆਂ ਨੇ, ਲੇਕਿਨ ਕੋਈ ਰੋਕ ਉਹਨੂੰ ਅਟਕਾ ਨਹੀਂ ਸਕਦਾ। ਇਹ ਚੀਜ਼ ਸਮਝਣ ਵਾਲੀ ਹੈ। ਅਸੀਂ ਦੇਖਦੇ ਹਾਂ ਕਿ ਜਿਤਨੇ ਵੀ ਕਾਮ, ਕ੍ਰੋਧ, ਲੋਭ, ਮੋਹ ਆਦਿਕ ਨੇ, ਇਹ ਰੁਕਾਵਟਾਂ ਨੇ ਸਾਡੀ ਜ਼ਿੰਦਗੀ ਵਿੱਚ। ਜਾਤੀਵਾਦ ਰੁਕਾਵਟ ਹੈ। ਮੇਰੇ ਤੁਹਾਡੇ ਵਿੱਚ ਜਾਤੀਵਾਦ ਦੀ ਬਹੁਤ ਵੱਡੀ ਦੀਵਾਰ ਹੈ। ਸਾਡੇ ਆਪਸ ਦੇ ਵਿੱਚ ਜਾਤੀਵਾਦ ਦੀ ਬਹੁਤ ਵੱਡੀ ਦੀਵਾਰ ਹੈ। ਅੱਜ ਵੀ ਅਖੌਤੀ ਨੀਵੀਆਂ ਜਾਤਾਂ ਦੇ ਨਾਲ ਵਿਤਕਰੇ ਵੇਖੇ ਜਾ ਸਕਦੇ ਹਨ। ਅੱਜ ਵੀ ਜੋ ਬੱਚੇ ਜੇ ਲਵ ਮੈਰਿਜ ਕਰਾ ਲੈਣ, ਉਹ ਆਪਣੀ ਮਰਜ਼ੀ ਨਾਲ, ਉਹ ਗੱਲ ਵੱਖਰੀ ਹੈ, ਪਰ ਅਰੇਂਜ ਮੈਰਿਜ ਜੋ ਹੈ ਅਸੀਂ ਇੰਟਰਕਾਸਟ ਕਰਨ ਤੋਂ ਸੰਕੋਚ ਕਰਦੇ ਹਾਂ। ਸੰਕੋਚ ਕੀ ਕਰਦੀ ਨਹੀਂ, ਅਸੀਂ ਸਗੋਂ ਬੱਚਿਆਂ ਨੂੰ ਵੀ ਰੋਕਦੇ ਹਾਂ। ਕਹਿਣ ਤੋਂ ਮੁਰਾਦ ਰੁਕਾਵਟ ਹੈ ਨਾ। ਲੇਕਿਨ ਭਗਤ ਕਬੀਰ ਜੀ ਦੀ ਜ਼ਿੰਦਗੀ ਵਿੱਚ ਰੁਕਾਵਟ ਨੇ ਰੋਕ ਨਹੀਂ ਪਾਈ। ਉਹ ਤਾਂ ਦੂਜੇ ਨੂੰ ਸਗੋਂ ਕਹਿ ਰਹੇ ਨੇ, ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਹੋਏ। ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ, तो आन बाट काहे नहीं आया। तुम कत बामन, हम कत सूर, हम कत लोहू, तुम कत दूध। कि मैं ते तू उच्चा ते नीवा किवें आ। ਇਹ ਤੇ ਤਾਂ ਹੋ ਸਕਦਾ ਸੀ ਜੇ ਤੇਰੀਆਂ ਰਗਾਂ ਵਿੱਚ ਦੁੱਧ ਹੁੰਦਾ ਤੇ ਮੇਰੀਆਂ ਰਗਾਂ ਦੇ ਅੰਦਰ ਖੂਨ ਹੁੰਦਾ, ਫਿਰ ਮੈਂ ਸਮਝ ਲੈਂਦਾ ਤੂੰ ਉੱਚਾ ਹੈ, ਮੈਂ ਨੀਵਾਂ ਹਾਂ। ਤੇਰੀਆਂ ਰਗਾਂ ਵਿੱਚ ਵੀ ਖੂਨ ਗਰਦਸ਼ ਕਰ ਰਿਹਾ ਹੈ, ਮੇਰੀਆਂ ਰਗਾਂ ਵਿੱਚ ਵੀ ਖੂਨ ਗਰਦਸ਼ ਕਰ ਰਿਹਾ ਹੈ। ਤੇਰਾ ਵੀ ਸਰੀਰ ਪੰਜ ਤੱਤਾਂ ਤੋਂ ਬਣਿਆ, ਮੇਰਾ ਵੀ ਸਰੀਰ ਪੰਜ ਤੱਤਾਂ ਤੋਂ ਬਣਿਆ। ਤੂੰ ਵੀ ਉਸ ਸਿਸਟਮ ਨਾਲ ਪੈਦਾ ਹੋਇਆ, ਮੈਂ ਵੀ ਉਸ ਸਿਸਟਮ ਨਾਲ। ਫਿਰ ਉੱਚਾ ਔਰ ਨੀਵਾਂ ਕਿਵੇਂ ਹੋਇਆ? ਦੇਖੋ, ਜਿੱਥੇ ਪੂਰੀ ਦੁਨੀਆ ਦੇ ਅੰਦਰ ਜਾਤੀਵਾਦ ਦੀਵਾਰ ਬਣ ਕੇ ਖੜੀ ਸੀ, ਭਗਤ ਕਬੀਰ ਜੀ ਨੇ ਉਸ ਦੀਵਾਰ ਨੂੰ ਤੋੜ ਦਿੱਤਾ। ਜਿੱਥੇ 33 ਕਰੋੜ ਦੇਵੀਆਂ ਦੇਵਤੇ ਹੋਰ ਕਿੰਨੇ ਰੱਬ ਲੋਕ ਬਣਾਈ ਫਿਰਦੇ ਸਨ, ਗੁਰੂ ਨਾਨਕ ਦੇਵ ਜੀ ਨੇ ਇਹਨਾਂ ਸਾਰੀਆਂ ਦੀਵਾਰਾਂ ਨੂੰ ਤੋੜ ਦਿੱਤਾ, ਇੱਕ ਓੰਕਾਰ ਕਹਿ ਕੇ। ਇੱਕ ਹੀ ਪਸਰਿਆ ਹੋਇਆ ਹੈ। ਫੱਕੜ ਜਾਤੀ ਫੱਕੜ ਨਾਉ। ਇਸਤਰੀ ਔਰ ਪੁਰਸ਼ ਦੇ ਅੰਦਰ ਦੀਵਾਰ ਖੜੀ ਕੀਤੀ ਸੀ ਨਾ, ਕਿ ਇਸਤਰੀ ਅਪਵਿੱਤਰ ਹੈ, ਨੀਵੀਂ ਹੈ।
गुरु नानक देव जी ने इन्हां दीवारां नूं तोड़ दिता, सो क्यों मंदा आखिए जित जम्मे राजान कह के। तां मन्ना जो रब दे भाणे नूं मनदा है, जो गुरु दी सिक्शा दा मनन करदा है, ਉਹਦੇ ਰਾਸਤੇ ਦੇ ਅੰਦਰ ਕੋਈ ਰੁਕਾਵਟ ਉਹਨੂੰ ਰੋਕ ਨਹੀਂ ਸਕਦੀ ਸਫਲ ਹੋਣ ਤੋਂ। ਇਹ ਤਾਂ ਸੀ ਗੱਲ। ਦੂਜੀ ਗੱਲ ਹੈ ਕਿ ਜੇ ਤੁਸੀਂ ਕੋਈ ਵਪਾਰ ਆਦਿ ਕਰਦੇ ਹੋ, ਆਪਾਂ ਇਹ ਸਾਰੀਆਂ ਗੱਲਾਂ ਨੂੰ ਸਾਂਝੀਆਂ ਕਰਨਾ ਹੈ ਕਿਉਂਕਿ ਸਾਨੂੰ ਗੁਰੂ ਜੀ ਬਹੁਤ ਵੱਡਾ ਮੋਟੀਵੇਸ਼ਨ ਦੇ ਰਹੇ ਨੇ। ਤੁਸੀਂ ਕੋਈ ਵਪਾਰ ਆਦਿ ਕਰਦੇ ਹੋ ਤਾਂ ਰੁਕਾਵਟਾਂ ਤੇ ਹਰ ਬੰਦੇ ਦੇ ਰਾਹ ਵਿੱਚ ਪੈਂਦੀਆਂ ਨੇ, ਲੇਕਿਨ ਜੋ ਕਮਜ਼ੋਰ ਦਿਲ ਵਾਲੇ ਹੁੰਦੇ ਨੇ ਉਹ ਬੰਦੇ ਵਪਾਰ ਨਹੀਂ ਕਰ ਸਕਦੇ, ਜੋ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ। ਪਰ ਜੋ ਖਤਰਾ ਮੁੱਲ ਲੈਂਦੇ ਨੇ ਉਹਨਾਂ ਰੁਕਾਵਟਾਂ ਨੂੰ ਦੂਰ ਕਰ ਦਿੰਦੇ ਨੇ ਔਰ ਰੁਕਾਵਟਾਂ ਦੂਰ ਕਰਕੇ ਆਪਣੇ ਵਪਾਰ ਨੂੰ ਕਿੱਥੋਂ ਤੱਕ ਲੈ ਜਾਂਦੇ ਨੇ। ਕੇਵਲ ਗੱਲ ਹੈ ਸਿਸਟਮ ਨੂੰ ਸਮਝਣ ਦੀ। ਜੇ ਸਿਸਟਮ ਸਮਝ ਆ ਜਾਏ ਨਾ, ਜੋ ਰੱਬ ਦੀ ਰਜ਼ਾ ਹੈ, ਭਾਣਾ ਹੈ ਜਾਂ ਲਾ ਆਫ ਨੇਚਰ ਹੈ, ਕਿਸੇ ਵੀ ਚੀਜ਼ ਦੀ ਕੋਈ ਮਰਿਆਦਾ ਹੈ, ਕੋਈ ਕਾਨੂੰਨ ਨੇ, ਕੋਈ ਨਿਯਮ ਨੇ, ਜਦੋਂ ਉਹਨਾਂ ਨਿਯਮਾਂ ਦੀ ਸਮਝ ਆ ਜਾਂਦੀ ਹੈ ਨਾ, ਤਾਂ ਬੰਦਾ ਉਹਨਾਂ ਨਿਯਮਾਂ ਮੁਤਾਬਕ, ਗਿਆਨ ਮੁਤਾਬਕ ਰੁਕਾਵਟਾਂ ਨੂੰ ਦੂਰ ਕਰ ਦਿੰਦਾ ਔਰ ਉਹ ਆਪਣੇ ਜੀਵਨ ਵਿੱਚ ਸਫਲ ਹੋ ਜਾਂਦਾ। ਪਰਿਵਾਰਕ ਜ਼ਿੰਦਗੀ ਹੈ, ਅਸੀਂ ਦੇਖਦੇ ਹਾਂ ਆਮ ਘਰਾਂ ਦੇ ਵਿੱਚ ਕਲ ਕਲੇਸ਼ ਹੈ ਨਾ। ਲੋਕ ਕਹਿੰਦੇ ਨੇ ਸਾਡੇ ਘਰ ਵਿੱਚ ਕਲ ਹੈ ਤੇ ਸਾਡਾ ਕਲੇਸ਼ ਨਹੀਂ ਮੁੱਕਦਾ, ਪਰ ਬਹੁਤ ਸਾਰੇ ਪਰਿਵਾਰ ਐਸੇ ਨੇ ਜਿਹੜੇ ਬੜੇ ਸੁਖੀ ਨੇ, ਜੋ ਬਹੁਤ ਸ਼ਾਂਤ ਨੇ, ਬੜੀ ਚੰਗੀ ਜ਼ਿੰਦਗੀ ਬਿਤਾ ਰਹੇ ਨੇ, ਉਹਨਾਂ ਦੇ ਜੀਵਨ ਵਿੱਚ ਕੋਈ ਰੁਕਾਵਟ ਨਹੀਂ ਹੈ। ਹੁਣ ਸਾਡੇ ਘਰ ਵਿੱਚ ਕਲੇਸ਼ ਕਿਉਂ ਹੈ ਕਿ ਅਸੀਂ ਜਿਹੜੀ ਰੁਕਾਵਟ ਹੈ ਉਹਨੂੰ ਦੂਰ ਨਹੀਂ ਕਰ ਸਕੇ। ਮੇਰੇ ਅੰਦਰ ਈਗੋ ਹੈ, ਮੇਰੀ ਈਗੋ ਕਰਕੇ ਮੇਰੀ ਘਰਵਾਲੀ ਨਾਲ ਜਾਂ ਨੂੰਹ ਪੁੱਤਰ ਨਾਲ ਨਹੀਂ ਬਣਦੀ ਸੀ। ਮੇਰੇ ਅੰਦਰ ਈਰਖਾ ਹੈ ਜਾਂ ਕੋਈ ਹੋਰ ਔਗਣ ਹੈ ਤਾਂ ਉਸ ਕਰਕੇ ਮੇਰੀ ਰਿਸ਼ਤੇਦਾਰਾਂ ਦੇ ਨਾਲ ਨਹੀਂ ਬਣ ਰਹੀ, ਕਿਉਂਕਿ ਮੈਂ ਉਸ ਰੁਕਾਵਟ ਨੂੰ ਦੂਰ ਨਹੀਂ ਕਰ ਪਾਇਆ, ਮੈਂ ਉਸ ਰੁਕਾਵਟ ਨੂੰ ਨਹੀਂ ਸਮਝ ਪਾਇਆ। ਇਸ ਕਰਕੇ ਘਰਾਂ ਵਿੱਚ ਕਲੇਸ਼ ਹੈ। ਦੇਖੋ ਪਾਣੀ ਡੋਬਦਾ ਨਾ ਸਾਰਿਆਂ ਨੂੰ, ਪਰ ਜਿਨ੍ਹਾਂ ਨੂੰ ਤਰਨਾ ਆਉਂਦਾ ਉਹ ਪਾਣੀ ਵਿੱਚ ਨਹੀਂ ਡੁੱਬਦੇ। ਪਾਣੀ ਵਿੱਚ ਕੌਣ ਡੁੱਬਦਾ ਹੈ? ਜਿਹਨੂੰ ਤਰਨਾ ਨਹੀਂ ਆਉਂਦਾ। ਪਾਣੀ ਵਿੱਚ ਉਹ ਡੁੱਬਦਾ ਹੈ ਜਿਹਨੂੰ ਤਰਨਾ ਨਹੀਂ ਆਉਂਦਾ। ਇਸੇ ਤਰ੍ਹਾਂ ਸਮੱਸਿਆਵਾਂ ਉਹਨੂੰ ਪਰੇਸ਼ਾਨ ਕਰਦੀਆਂ ਨੇ ਜਿਨ੍ਹਾਂ ਨੂੰ ਸਮੱਸਿਆਵਾਂ ਹੱਲ ਕਰਨੀਆਂ ਨਹੀਂ ਆਉਂਦੀਆਂ। ਉਹਨਾਂ ਨੂੰ ਹੱਲ ਕਰਨੀਆਂ ਨਹੀਂ ਆਉਂਦੀਆਂ, ਸਮੱਸਿਆ ਵਿੱਚ ਫਸ ਜਾਂਦੇ ਨੇ। ਸਾਡੇ ਘਰਾਂ ਦੇ ਅੰਦਰ ਕਲੇਸ਼ ਕਿਉਂ ਹੈ? ਕਿਉਂਕਿ ਸਾਨੂੰ ਕਲੇਸ਼ ਖਤਮ ਕਰਨਾ ਨਹੀਂ ਆਉਂਦਾ। ਅਸੀਂ ਕਲੇਸ਼ ਦੇ ਕਾਰਨਾਂ ਨੂੰ ਨਹੀਂ ਸਮਝ ਪਾਉਂਦੇ, ਇਸ ਕਰਕੇ ਅਸੀਂ ਕਲੇਸ਼ ਨਹੀਂ। ਤਾਂ ਜਿਨ੍ਹਾਂ ਨੇ ਇਸ ਸਿਸਟਮ ਨੂੰ ਸਮਝ ਲਿਆ, ਰੱਬੀ ਰਜ਼ਾ ਨੂੰ, ਲਾ ਆਫ ਨੇਚਰ ਨੂੰ, ਵੇ ਆਫ ਲਾਈਫ ਜੋ ਗੁਰੂ ਜੀ ਸਾਨੂੰ ਦੇ ਰਹੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਕੋਈ ਰੁਕਾਵਟ ਖੜੀ ਨਹੀਂ ਹੁੰਦੀ, ਉਹ ਸਫਲਤਾ ਤੱਕ ਪਹੁੰਚ ਜਾਂਦੇ। ਧਾਰਮਿਕ ਜ਼ਿੰਦਗੀ ਵੇਖ ਲਓ। ਹੁਣ ਆਮ ਬੰਦੇ ਨੂੰ ਜੇ ਅਸੀਂ ਕਹੀਏ ਅੰਮ੍ਰਿਤਪਾਨ ਕਰਨ ਲਈ, ਬਾਣੀ ਪੜ੍ਹਨ ਲਈ ਜਾਂ ਕੁਛ ਵੀ ਗੁਰਦੁਆਰਾ ਸਾਹਿਬ ਜਾਣ ਲਈ ਜਾਂ ਕੁਛ ਵੀ ਧਰਮ ਬਾਰੇ, ਤਾਂ ਉਹ ਬੰਦਾ ਕਹਿੰਦਾ ਨਾ ਜੀ ਨਾ, ਇਹ ਤਾਂ ਬਹੁਤ ਔਖਾ ਹੈ, ਇਹ ਤਾਂ ਬਿਲਕੁਲ ਰਹਿਤ ਰੱਖਣੀ ਬੜੀ ਔਖੀ ਹੈ। ਹੁਣ ਉਹਨਾਂ ਵਾਸਤੇ ਰੁਕਾਵਟ ਹੋ ਗਈ ਨਾ, ਚਾਹੇ ਕਛਹਿਰਾ ਪਾਣਾ, ਕਿਰਪਾਨ ਪਾਣੀ ਜਾਂ ਕੁਛ ਵੀ, ਰੁਕਾਵਟ ਹੋ ਗਈ। ਲੇਕਿਨ ਦੂਜਾ ਬੰਦਾ ਹੈ, ਉਹਨੇ ਇਹਨਾਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਹੈ। ਉਹ ਕਹਿੰਦਾ ਬੜੀ ਆਸਾਨੀ ਦੇ ਨਾਲ ਮੈਂ ਜ਼ਿੰਦਗੀ ਜੀ ਰਿਹਾ, ਕੋਈ ਰੁਕਾਵਟ ਨਹੀਂ। ਸਗੋਂ ਜਦੋਂ ਦਾ ਮੈਂ ਇਸ ਜ਼ਿੰਦਗੀ ਨੂੰ ਅਪਣਾਇਆ ਹੈ, ਮੈਂ ਹੋਰ ਸੌਖਾ ਹੋ ਗਿਆ। ਸ਼ਰਾਬ ਰੁਕਾਵਟ ਸੀ, ਬੰਦੇ ਨੇ ਸ਼ਰਾਬ ਨੂੰ ਦੂਰ ਕਰ ਦਿੱਤਾ। ਝੂਠ ਰੁਕਾਵਟ ਸੀ, ਦੂਰ ਨੂੰ ਕਰ ਦਿੱਤਾ, ਕਿਉਂਕਿ ਉਹਨੇ ਮੰਨ ਲਿਆ। ਗੱਲ ਮੰਨਣ ਦੀ ਹੈ। ਜਿਹੜਾ ਮੰਨ ਲਵੇਗਾ ਨਾ ਇਸ ਸਿਸਟਮ ਨੂੰ, ਗੁਰੂ ਦੀ ਸਿੱਖਿਆ ਦੇ ਉੱਤੇ ਅਮਲ ਕਰੇਗਾ, ਉਹਦੀ ਜ਼ਿੰਦਗੀ ਵਿੱਚ ਕੋਈ ਰੁਕਾਵਟ ਨਹੀਂ ਰਹੇਗੀ। ਹੁਣ ਰੱਬ ਦੇ ਵਿੱਚ ਅਸੀਂ ਇਹ ਭੇਦ ਹੋਣਾ ਹੈ ਕਿ ਉਹ ਸਚਿਆਰਾ ਹੋਈ ਹੈ, ਤੇ ਸਚਿਆਰਤਾ ਦੇ ਰਾਸਤੇ ਵਿੱਚ ਦੀਵਾਰ ਕਿਹੜੀ ਹੈ? ਕੂੜ ਦੀ। ਕਿ ਉਹ ਕੂੜੇ ਟੁੱਟੇ ਪਾਲ, ਕੂੜ ਦੀ ਦੀਵਾਰ। ਹੁਣ ਰੱਬ ਦੇ ਵਿੱਚ ਅਭੇਦ ਕਿਉਂ ਨਹੀਂ ਹੋ ਪਾ ਰਿਹਾ? ਕਿਉਂਕਿ ਅਸੀਂ ਕੂੜ ਦੀ ਦੀਵਾਰ ਨੂੰ ਨਹੀਂ ਤੋੜ ਪਾ ਰਹੇ। ਜਿਹੜਾ ਕੂੜ ਦੀ ਦੀਵਾਰ ਨੂੰ ਤੋੜ ਦੇਵੇਗਾ, ਮੰਨ ਲਵੇਗਾ ਸਿਸਟਮ ਨੂੰ, ਕੂੜ ਦੀ ਦੀਵਾਰ ਆਪ ਹੀ ਢਹਿ ਪੈਣੀ ਹੈ, ਉਹ ਸਚਿਆਰ ਹੋ ਜਾਏਗਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਤੇ ਕੂੜ ਦੀ ਪਾਲ ਟੁੱਟਣੀ ਕਿਵੇਂ ਸੀ? ਕਿਉਂਕਿ ਸਾਨੂੰ ਸਾਧਨ ਦਾ ਨਹੀਂ ਨਾ ਪਤਾ। ਯਤਨ ਅਸੀਂ ਕੀਤਾ ਪਰ ਗਲਤ ਕੀਤਾ। ਦੇਵੀਆਂ ਨੂੰ ਪੂਜਿਆ, ਦੇਵਤਿਆਂ ਨੂੰ ਪੂਜਿਆ, ਮੜੀਆਂ ਮਸਾਣਿਆਂ ਨੂੰ ਪੂਜਿਆ, ਬਾਬਿਆਂ ਦੇ ਕੋਲ ਚੱਕਰ ਕੱਟੇ, ਦੇਹਧਾਰੀਆਂ ਕੋਲ ਵਿਚਰਦੇ ਰਹੇ। ਇਹ ਸਾਧਨ ਨਹੀਂ ਸੀ ਨਾ। ਸਾਧਨ ਸੀ ਹੁਕਮ ਰਜ਼ਾਈ ਚੱਲਣਾ, ਤੇ ਹੁਕਮ ਦੇ ਅੰਦਰ ਤੁਰਨਾ ਹੈ, ਰਜ਼ਾ ਦੇ ਅੰਦਰ ਤੁਰਨਾ ਹੈ। ਜਿਨ੍ਹਾਂ ਨੇ ਇਸ ਰਜ਼ਾ ਨੂੰ ਸਮਝ ਲਿਆ, ਮੰਨ ਲਿਆ
ਉਹਨਾਂ ਦੀ ਕੂੜ ਦੀ ਦੀਵਾਰ ਟੁੱਟ ਗਈ, ਉਹ ਸਚਿਆਰ ਹੋ ਗਏ, ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਉਦੋਂ ਬੰਦਾ ਪਰੇਸ਼ਾਨ ਹੁੰਦਾ ਜਦੋਂ ਰੁਕਾਵਟਾਂ ਨੂੰ ਦੂਰ ਕਰਨਾ ਨਹੀਂ ਜਾਣਦਾ। ਘਰਾਂ ਵਿੱਚ ਕਲੇਸ਼ ਉਦੋਂ ਪੈਂਦੇ ਨੇ ਜਦੋਂ ਅਸੀਂ ਕਲੇਸ਼ ਨੂੰ ਖਤਮ ਕਰਨਾ ਨਹੀਂ ਜਾਣਦੇ। ਸਮੱਸਿਆਵਾਂ ਉਦੋਂ ਸਾਡੇ ਰਾਸਤੇ ਵਿੱਚ ਖੜੀਆਂ ਹੁੰਦੀਆਂ ਨੇ ਜਦੋਂ ਸਾਡੇ ਕੋਲ ਸਮੱਸਿਆਵਾਂ ਦੇ ਹੱਲ ਦਾ ਨਹੀਂ ਪਤਾ ਹੁੰਦਾ। ਤਾਂ ਗੁਰੂ ਜੀ ਕਹਿੰਦੇ ਨੇ, ਮੰਨੈ ਮਾਰਗ ਠਾਕ ਨਾ ਪਾਏ। ਜੋ ਰੱਬੀ ਰਜ਼ਾ ਨੂੰ, ਹੁਕਮ ਨੂੰ ਮੰਨ ਲੈਂਦਾ, ਉਹਦੀ ਜ਼ਿੰਦਗੀ ਵਿੱਚ ਕੋਈ ਰੁਕਾਵਟ ਖੜੀ ਨਹੀਂ ਹੁੰਦੀ, ਉਹ ਸਭ ਰੁਕਾਵਟਾਂ ਨੂੰ ਪਾਰ ਕਰ ਜਾਂਦਾ ਹੈ। ਹੁਣ ਦੇਖੋ, ਭਾਈ ਮਤੀ ਦਾਸ ਦੀ ਜ਼ਿੰਦਗੀ ਦੇ ਅੰਦਰ ਕਿੰਨੀ ਵੱਡੀ ਰੁਕਾਵਟ ਹੈ। ਆਰਾ ਰੁਕਾਵਟ ਹੀ ਤੇ ਹੈ, ਲੇਕਿਨ ਉਸਨੇ ਉਸ ਰੁਕਾਵਟ ਨੂੰ ਤੋੜ ਕੇ ਪਾਸੇ ਕੀਤਾ। ਕਹਿੰਦਾ ਮੈਨੂੰ ਚੀਰੋ, ਬਿਲਕੁਲ ਮੈਨੂੰ ਕੋਈ ਇਸ ਚੀਜ਼ ਦੀ ਪਰੇਸ਼ਾਨੀ ਨਹੀਂ ਹੈ, ਚੀਰੋ, ਮੈਂ ਸੱਚ ਨੂੰ ਨਹੀਂ ਛੱਡਾਂਗਾ। ਸਾਡੇ ਵਰਗਾ ਹੁੰਦਾ ਚੀਕਾਂ ਮਾਰ ਕੇ ਭੱਜਦਾ, ਪਰ ਭਾਈ ਮਤੀ ਦਾਸ ਜੀ ਕਹਿ ਰਹੇ ਨੇ, ਇਹ ਜੱਲਾਦ ਚੀਰ। ਤੇ ਉਹ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ? ਕਹਿੰਦਾ ਮੈਨੂੰ ਡਰ ਇੱਕ ਲੱਗਦਾ ਵੀ ਤੂੰ ਨਾ ਡਰ ਜਾਈਂ ਚੀਰਦਾ ਹੋਇਆ। ਇੱਕ ਗੱਲ ਯਾਦ ਰੱਖੀ, ਜਦੋਂ ਚੀਰ ਪਾਏ ਤੇ ਸਿੱਧਾ ਪਾਈ, ਨੱਕ ਦੀ ਸੇਧ ਵਿੱਚ ਜਾਏ ਚੀਰ, ਡਰ ਨਾ ਜਾਈ, ਚੀਰਦਾ ਹੋਇਆ ਤੇਰਾ ਦਿਲ ਨਾ ਦਹਿਲ ਜਾਏ। ਕਿਉਂਕਿ ਜਦੋਂ ਕੋਈ ਮੇਰੀ ਲਾਸ਼ ਨੂੰ ਚੁੱਕਣ ਆਏਗਾ ਨਾ, ਮ੍ਰਿਤਕ ਦੇਹ ਦੇ ਦੋ ਟੁਕੜਿਆਂ ਨੂੰ, ਤੇ ਉਹ ਜਦੋਂ ਚੀਰ ਟੇਢਾ ਹੋਏਗਾ ਮੇਰੇ ਤੇ ਸ਼ੱਕ ਕਰੇਗਾ ਕਿ ਸ਼ਾਇਦ ਭਾਈ ਮਤੀ ਦਾਸ ਡਰ ਦੇ ਨਾਲ ਜਾਂ ਦਰਦ ਦੇ ਨਾਲ ਕੰਬਿਆ ਹੋਣਾ ਹੈ, ਡੋਲਿਆ ਹੋਣਾ ਹੈ, ਤਾਂ ਚੀਰ ਟੇਢਾ ਹੋਇਆ ਹੈ। ਭਲਿਆ, ਮੈਂ ਡੋਲਣਾ ਨਹੀਂ, ਮੈਂ ਹਿੱਲਣਾ ਜੁਲਣਾ ਨਹੀਂ, ਮੈਂ ਅਡੋਲ ਹਾਂ। ਇਸ ਲਈ ਚੀਰ ਸਿੱਧਾ ਰੱਖ। ਰੁਕਾਵਟ ਹੀ ਹੈ ਨਾ, ਲੇਕਿਨ ਰੁਕਾਵਟ ਨੂੰ ਰੋਕ ਤਾਂ ਨਹੀਂ ਸਕੀ। ਨੀਹਾਂ ਦੇ ਅੰਦਰ ਚਿਣਨਾ ਕਿੰਨਾ ਔਖਾ ਹੈ ਨਾ, ਚਿਣਵਾ ਜਾਣਾ ਆਪਣੇ ਆਪ ਨੂੰ। 6 ਸਾਲ ਔਰ 8 ਸਾਲ ਦੇ ਮਾਸੂਮ ਬੱਚੇ ਨੇ, ਆਪਣੇ ਬੱਚਿਆਂ ਵੱਲ ਝਾਤ ਮਾਰ ਕੇ ਵੇਖੀਏ, ਲੇਕਿਨ ਕੀ ਉਹ ਦੀਵਾਰ ਦੇ ਵਿੱਚ ਚਿਣਨਾ, ਉਹ ਰੁਕਾਵਟ ਸਾਹਿਬਜ਼ਾਦਿਆਂ ਨੂੰ ਰੋਕ ਪਾਈ? ਬਿਲਕੁਲ ਵੀ ਨਹੀਂ। ਤਾਂ ਜਿਹੜਾ ਬੰਦਾ ਮੰਨ ਲੈਂਦਾ ਦਿਲ ਕਰਕੇ, ਵੱਡੀ ਤੋਂ ਵੱਡੀ ਰੁਕਾਵਟ ਵੀ ਉਹਨੂੰ ਆਤਮਿਕ ਜੀਵਨ ਦੀਆਂ ਉਚਾਈਆਂ ਚੜ੍ਹਨ ਤੋਂ ਰੋਕ ਨਹੀਂ ਸਕਦੀ। ਇਹ ਸਾਡਾ ਆਪਣਾ ਹੀ ਮੰਨਣਾ ਹੈ ਕਿ ਔਖਾ ਹੈ ਜੀ, ਇਹ ਕੰਮ ਹੋਣਾ ਨਹੀਂ ਜੀ, ਕਲੇਸ਼ ਮਿਟ ਨਹੀਂ ਸਕਦਾ ਜੀ, ਅਸੀਂ ਚੰਗੇ ਹੋ ਨਹੀਂ ਸਕਦੇ ਜੀ, ਸਾਡੇ ਤੋਂ ਬਾਣੀ ਪੜ੍ਹੀ ਨਹੀਂ ਜਾਣੀ, ਕਿਉਂਕਿ ਸਾਡੇ ਦਿਮਾਗ ਵਿੱਚ ਇਹ ਚੀਜ਼ਾਂ ਬਿਠਾ ਦਿੱਤੀਆਂ ਗਈਆਂ ਨੇ। ਹਰ ਇਨਸਾਨ ਦੇ ਅੰਦਰ ਇਹ ਪੋਸੀਬਿਲਿਟੀ ਹੈ, ਕਿਉਂਕਿ ਹਰ ਇੱਕ ਦੇ ਅੰਦਰ ਰੱਬ ਬੈਠਾ ਹੈ। ਘੱਟ ਘੱਟ ਮੈਂ ਹਰ ਜੂ ਵਸੈ, ਮੰਨੈ ਮਾਰਗ ਠਾਕ ਨਾ ਪਾਏ। ਜੋ ਮੰਨਦੇ ਨੇ ਰੱਬੀ ਰਜ਼ਾ ਭਾਣੇ ਨੂੰ, ਕੋਈ ਵੱਡੀ ਤੋਂ ਵੱਡੀ ਰੁਕਾਵਟ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਰੋਕ ਨਹੀਂ ਪਾ ਸਕਦੀ। ਉਹਨਾਂ ਸਭ ਰੁਕਾਵਟਾਂ ਨੂੰ ਬੜੀ ਆਸਾਨੀ ਨਾਲ ਪਾਰ ਕਰਦਾ। ਅਗਲਾ ਬਚਨ ਹੈ, ਮੰਨੈ ਪਤ ਸਿਉ ਪ੍ਰਗਟ ਜਾਏ। ਪਤ ਦਾ ਮਤਲਬ ਇੱਜ਼ਤ, ਪ੍ਰਗਟ ਦਾ ਮਤਲਬ ਆਪਣਾ ਪ੍ਰਤੱਖ ਤੌਰ ਤੇ ਇੱਜ਼ਤ ਹਾਸਲ ਕਰਨੀ, ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮਨਨ ਕਰਕੇ ਬੰਦਾ ਇੱਜ਼ਤ ਦੇ ਨਾਲ ਪ੍ਰਗਟ ਹੋ ਜਾਂਦਾ, ਉਹਦੀ ਇੱਜ਼ਤ ਪ੍ਰਗਟ ਹੋ ਜਾਂਦੀ ਹੈ, ਉਹਨੂੰ ਪ੍ਰਤੱਖ ਤੌਰ ਤੇ ਮਾਣ ਮਿਲਦਾ ਹੈ, ਉਹਨੂੰ ਸਤਿਕਾਰ ਮਿਲਦਾ ਹੈ। ਕਿਹਨੂੰ? ਜੋ ਵੀ ਮੰਨਦਾ ਹੈ ਪ੍ਰਭੂ ਦੀ ਰਜ਼ਾ ਨੂੰ, ਪ੍ਰਭੂ ਦੇ ਭਾਣੇ ਨੂੰ, ਪ੍ਰਭੂ ਦੇ ਹੁਕਮ ਨੂੰ, ਮਨਨ ਕਰਕੇ ਇੱਜ਼ਤ ਔਰ ਸਤਿਕਾਰ ਮਿਲੇਗਾ। ਹਾਂਜੀ, ਮਨਨ ਕਰਕੇ ਇੱਜ਼ਤ ਔਰ ਸਤਿਕਾਰ ਮਿਲੇਗਾ। ਹੁਣ ਤੱਕ ਬੈਠਾ ਥੋੜੀ ਦੇਰ ਠਹਿਰ, ਲਾਸਟ ਸਾਲ ਦੀ ਫਿਰ ਥੋੜੀ ਦੇਰ ਠਹਿਰ। ਸੌਰੀ ਜੀ, ਥੋੜੀ ਰੁਕਾਵਟ ਆ ਗਈ ਕਿ ਗੁਰਦੁਆਰੇ ਥੋੜਾ ਕੰਮ ਚੱਲ ਰਿਹਾ, ਅੱਧਾ ਪੌਣਾ। ਤਾਂ ਮੰਨੈ ਪਤ ਸਿਉ ਪ੍ਰਗਟ ਜਾਏ, ਮਨਨ ਕਰਕੇ ਇੱਜ਼ਤ ਮਾਨ ਔਰ ਸਤਿਕਾਰ ਮਿਲਦਾ। ਇਸ ਦੁਨੀਆ ਦੇ ਅੰਦਰ ਆਪ ਵੇਖੋਗੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜੋ ਵੀ ਸੱਚੇ ਰਾਹ ਦੇ ਉੱਤੇ ਚੱਲੇਗਾ ਉਹਨੂੰ ਉਸਤਤ ਮਿਲੇਗੀ। ਹੁਣ ਇੱਜ਼ਤ ਮੰਗਿਆ ਨਹੀਂ ਮਿਲਦੀ, ਇੱਜ਼ਤ ਮੁੱਲ ਨਹੀਂ ਖਰੀਦੀ ਜਾ ਸਕਦੀ। ਇੱਜ਼ਤ ਚੰਗੇ ਕੰਮ ਕਰਨ ਦੇ ਨਾਲ ਮਿਲੇਗੀ। ਜੇ ਹੁਣ ਮੈਂ ਉਹ ਕਰਮ ਕਰਾਂ ਜੋ ਕਰਮਾਂ ਦੇ ਨਾਲ ਇੱਜ਼ਤ ਸਤਿਕਾਰ ਮਿਲਦਾ ਹੀ ਨਹੀਂ, ਮੈਂ ਸ਼ਰਾਬਾਂ ਪੀਵਾਂ, ਚੋਰੀਆਂ ਕਰਾਂ, ਵਿਭਚਾਰ ਕਮਾਵਾਂ, ਤਾਂ ਇਹ ਕਰਮ ਕਰਨ ਦੇ ਨਾਲ ਇੱਜ਼ਤ ਥੋੜੀ ਮਿਲੇਗੀ, ਕਦੇ ਵੀ ਕਿਸੇ ਨੂੰ ਨਹੀਂ ਮਿਲੀ। ਇੱਜ਼ਤ ਤਾਂ ਹੀ ਮਿਲੇਗੀ ਮੇਰਾ ਆਚਰਨ ਉੱਚਾ ਹੋਵੇ, ਮੇਰਾ ਆਦਰਸ਼ ਉੱਚਾ ਹੋਵੇ, ਮੇਰੇ ਬੋਲ ਮਿੱਠੇ ਪਿਆਰੇ ਹੋਣ, ਮੈਂ ਕਿਸੇ ਦੀ ਹੈਲਪ ਕਰਾਂ, ਚੰਗੇ ਕਰਮ ਕਰਾਂ, ਤਾਂ ਹੀ ਇੱਜ਼ਤ ਮਿਲੇਗੀ। ਤੇ ਜੇ ਮੈਂ ਕਹਾਂ ਕਿ ਮੇਰੇ ਕੋਲ ਪੈਸਾ ਬੜਾ ਜ਼ਿਆਦਾ ਹੈ,
ਤਾਂ ਮੇਰੀ ਇੱਜ਼ਤ ਕਰੋ, ਐਵੇਂ ਨਹੀਂ ਇੱਜ਼ਤ ਮਿਲਦੀ। ਇੱਜ਼ਤ ਮਾਨ ਸਤਿਕਾਰ ਮਿਲਦਾ ਹੈ ਮਨਨ ਕਰਕੇ। ਤਾਂ ਜੇ ਅਸੀਂ ਇਸ ਸਮਾਜ ਅੰਦਰ, ਸੰਸਾਰ ਅੰਦਰ ਮਾਣ, ਇੱਜ਼ਤ ਔਰ ਸਤਿਕਾਰ ਵਾਲੀ ਜ਼ਿੰਦਗੀ ਜੀਣੀ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਰੱਬ ਦੀ ਰਜ਼ਾ ਔਰ ਭਾਣੇ ਮੁਤਾਬਕ ਜੀਵਨ ਜੀਣਾ ਚਾਹੀਦਾ ਹੈ। ਤੇ ਇਹ ਨਹੀਂ ਕਿ ਇੱਕ ਨੂੰ ਇੱਜ਼ਤ ਮਿਲੇਗੀ ਦੂਜੇ ਨੂੰ ਨਹੀਂ ਮਿਲੇਗੀ। ਮੰਨਣੇ ਦਾ ਮਤਲਬ ਜਿਹੜਾ ਵੀ ਮੰਨੇਗਾ, ਉਹ ਜਿਹੜਾ ਮੈਂ ਵੀ ਹੋ ਸਕਦਾ, ਉਹ ਜਿਹੜਾ ਤੁਸੀਂ ਵੀ ਹੋ ਸਕਦੇ ਹੋ, ਕੋਈ ਹੋਰ ਵੀ ਹੋ ਸਕਦਾ ਹੈ, ਸਾਰੀ ਦੁਨੀਆ ਵੀ ਹੋ ਸਕਦੀ ਹੈ। ਹਰ ਇਨਸਾਨ ਮਾਣ ਵਾਲੀ ਜ਼ਿੰਦਗੀ ਜੀਵੇ। ਤੇ ਜੇ ਮਾਣ ਵਾਲੀ ਜ਼ਿੰਦਗੀ ਨਹੀਂ ਜੀਂਦਾ, ਜਿਹੜਾ ਇੱਕ ਦੇ ਨਾਲ ਜੋ ਨਹੀਂ ਜੁੜਦਾ, ਉਹਦਾ ਇਸ ਸੰਸਾਰ ਵਿੱਚ ਆਉਣਾ ਵਿਅਰਥ ਜਿਹਾ ਹੋ ਜਾਂਦਾ ਨਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਿ ਉਹ ਸਾਰਾ ਕੁਝ ਬੇਕਾਰ ਹੀ ਚਲਾ ਜਾਂਦਾ ਹੈ। ਜੋ ਕੁਛ ਵੀ ਉਸਨੇ ਖਾਣਾ ਪੀਣਾ ਪਹਿਨਣਾ, ਉਹਦਾ ਸਾਰਾ ਕੁਝ ਬੇਕਾਰ ਔਰ ਵਿਅਰਥ ਹੋ ਜਾਂਦਾ। ਪ੍ਰੋਬਲਮ ਹੋ ਤਾਂ ਰਹੀ ਹੈ। ਬੰਦ ਕਰ ਦਵਾਂ ਕਿਸ ਤਰ੍ਹਾਂ? ਹਾਂਜੀ ਹਾਂਜੀ, ਉੱਥੇ ਰੂਮ ਵਿੱਚ ਉਧਰ ਇੰਟਰਨੈਟ ਦਾ ਨਹੀਂ ਪੂਰਾ ਹੈਗਾ। ਇੰਟਰਨੈਟ ਇੱਥੇ ਹੀ ਚੱਲ ਰਿਹਾ। ਹਾਂਜੀ, ਇੰਟਰਨੈਟ ਨਾ ਉਧਰ ਇੰਟਰਨੈਟ ਨਹੀਂ। ਤੇ ਕਲਾਸ ਵਿੱਚ 60-70 ਬੰਦੇ ਜੁੜੇ ਸੀ 2-3 ਕੰਟਰੀਆਂ। ਦੇਖ ਲਓ ਜਿਸ ਤਰ੍ਹਾਂ ਕਿਵੇਂ ਕਰਨਾ। ਥੋੜੀ ਟੈਕਨੀਕ ਪ੍ਰੋਬਲਮ ਆ ਰਹੀ, ਤੁਸੀਂ ਕਲਾਸ ਵਾਲੇ ਵੀਰ ਵੇਟ ਕਰੋ। ਹਾਂਜੀ, ਹੁਕਮ ਕਰੋ ਕਿਵੇਂ ਕਰੀਏ। ਹਾਂ ਠੀਕ ਹੈ, ਮੈਂ 3:30 ਤੱਕ ਹੈਗਾ ਵਾ। ਚਲੋ ਧੰਨਵਾਦ ਤੁਹਾਡਾ, ਧੰਨਵਾਦ। ਉਹਨਾਂ ਗੁਰਦੁਆਰਾ ਸਾਹਿਬ ਥੋੜਾ ਕੰਮ ਕਰ ਰਹੇ ਸੀ ਪੇਪਰ ਲਾਉਣ ਦਾ, ਤੇ ਇਸ ਕਰਕੇ ਚਲੋ ਉਹਨਾਂ ਨੇ ਕਿਹਾ ਵੀ ਬਾਅਦ ਵਿੱਚ ਲਾ ਲਵਾਂਗੇ। ਕੋਈ ਨਹੀਂ ਜੀ, ਥੈਂਕ ਯੂ ਤੁਹਾਡਾ। ਮੰਨੇ ਪਤ ਸਿਉ ਪ੍ਰਗਟ ਜਾਏ। ਜਿਹੜਾ ਵੀ ਮਨਨ ਕਰੇਗਾ ਉਹ ਇੱਜ਼ਤ ਦੇ ਨਾਲ ਪ੍ਰਗਟ ਪ੍ਰਤੱਖ ਤੌਰ ਤੇ ਇੱਜ਼ਤ ਪਾਏਗਾ। ਤਾਂ ਗੁਰੂ ਜੀ ਹਰ ਇਨਸਾਨ ਨੂੰ ਮਾਣ, ਇੱਜ਼ਤ ਔਰ ਸਤਿਕਾਰ ਵਾਲੀ ਜ਼ਿੰਦਗੀ ਜੀਣ ਦਾ ਢੰਗ ਦੇ ਰਹੇ ਨੇ, ਆਦੇਸ਼ ਦੇ ਰਹੇ ਨੇ, ਉਪਦੇਸ਼ ਦੇ ਰਹੇ ਨੇ, ਰਾਸਤਾ ਦੱਸ ਰਹੇ ਨੇ। ਤਾਂ ਦੇਖੋ ਕਿੰਨਾ ਸੌਖਾ ਸਾਧਨ ਹੈ। ਇਹਦੇ ਵਿੱਚ ਤੁਸੀਂ ਮਾਲਾ ਨਹੀਂ ਫੇਰਨੀ, ਤੁਸੀਂ ਕੋਈ ਸਮਾਧੀ ਨਹੀਂ ਲਾਣੀ, ਕੋਈ ਅਲੋਮ ਵਿਲੋਮ ਨਹੀਂ ਕਰਨਾ, ਕੋਈ ਯੋਗਾ ਨਹੀਂ ਕਰਨਾ, ਕੋਈ ਘਰ ਛੱਡ ਕੇ ਜੰਗਲ ਵਿੱਚ ਨਹੀਂ ਜਾਣਾ, ਕਿਤੇ ਬਾਬੇ ਦੇ ਕੋਲ ਨਹੀਂ ਜਾਣਾ। ਆਪਣੇ ਕਾਰਜ ਕਰਦਿਆਂ ਹੋਇਆਂ ਸਿਸਟਮ ਦੇ ਅੰਦਰ ਰਹਿਣਾ ਤੇ ਇੱਜ਼ਤ ਮਿਲੇਗੀ। ਤੇ ਜੇ ਫਿਰ ਵੀ ਅਸੀਂ ਸਿਸਟਮ ਵਿੱਚ ਰਹਿ ਕੇ ਇੱਜ਼ਤ ਨਾ ਹਾਸਲ ਕਰੀਏ, ਦੇਖੋ ਜਿਵੇਂ 2 ਮਿੰਟ ਲਈ ਆਪਾਂ ਪਤੀ ਪਤਨੀ ਦੀ ਗੱਲ ਹੀ ਕਰੀਏ, ਤਾਂ ਪਤੀ ਪਤਨੀ ਰਹਿ ਤੇ ਦੋਵੇਂ ਰਹੇ ਨੇ, ਪਰ ਉਹਦਾ ਸਿਸਟਮ ਕੀ ਹੈ ਇੱਜ਼ਤ ਵਾਲਾ? ਧਨ ਫਿਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਕਿ ਪਤੀ ਪਤਨੀ ਉਸ ਨੂੰ ਨਹੀਂ ਕਹਿੰਦੇ ਜਿਹੜੇ ਇਕੱਠੇ ਹੋ ਕੇ ਇੱਕ ਸਟੇਜ ਤੇ ਬਹਿ ਜਾਂਦੇ ਨੇ। ਅਸਲ ਦੇ ਵਿੱਚ ਪਤੀ ਪਤਨੀ ਉਹ ਨੇ ਜਿਹੜੇ ਵੇਖਣ ਨੂੰ ਦੋ ਹੋਣ, ਪਰ ਉਹਨਾਂ ਦੀ ਸਾਂਝ ਹੋਏ, ਵਿਚਾਰਕ ਸਾਂਝ ਹੋਏ, ਸੋਚ ਇੱਕ ਹੋਵੇ। ਤਾਂ ਦੇਖੋ ਸਿਸਟਮ ਹੈ, ਜੇ ਪਤੀ ਪਤਨੀ ਇੱਜ਼ਤ ਮਾਨ ਸਤਿਕਾਰ ਸੁੱਖ ਵਾਲੀ ਜ਼ਿੰਦਗੀ ਜੀਣਾ ਚਾਹੁੰਦੇ ਨੇ, ਤਾਂ ਉਹਦੇ ਵਾਸਤੇ ਸੋਚ ਇੱਕ ਕਰਨੀ ਚਾਹੀਦੀ ਹੈ। ਜੇ ਦੋਵਾਂ ਦੀ ਸੋਚ ਇੱਕ ਹੋ ਜਾਏ, ਘਰ ਵਿੱਚ ਵੀ ਸੁੱਖ ਰਹੇਗਾ, ਤੇ ਜਿੱਥੇ ਵੀ ਰਿਸ਼ਤੇਦਾਰੀ ਵਿੱਚ ਭੈਣ ਭਰਾਵਾਂ ਕੋਲ ਜਾਣਗੇ ਉੱਥੇ ਵੀ ਮਾਣ ਇੱਜ਼ਤ ਸਤਿਕਾਰ ਮਿਲੇਗਾ। ਲੋਕ ਕਹਿਣਗੇ ਵੀ ਜੋੜੀ ਤੇ ਉਹਨਾਂ ਦੀ ਹੈ, ਕਿਵੇਂ ਇੱਕ ਜਿੰਦ ਜਾਨ ਹੋ ਕੇ ਰਹਿੰਦੇ ਨੇ। ਤੇ ਜਿਹਨਾਂ ਦੀ ਸੋਚ ਇੱਕ ਨਹੀਂ, ਉਹਨਾਂ ਨੂੰ ਲੋਕ ਕਹਿੰਦੇ ਨੇ ਯਾਰ ਸਾਰੇ ਸਾਡੇ ਫਲਾਣੇ, ਉਹਨਾਂ ਦਾ ਤੇ ਕਾਂਟੋ ਕਲੇਸ਼ ਹੀ ਰਹਿੰਦਾ। ਹਰ ਸਿਸਟਮ ਹੈ ਨਾ। ਇਸੇ ਤਰ੍ਹਾਂ ਮਾਂ ਬਾਪ ਨੇ, ਬੱਚੇ ਨੇ, ਗੁਰੂ ਜੀ ਦਾ ਪਾਵਨ ਬਚਨ ਹੈ। ਹੁਣ ਭਰਾ ਨੇ ਨਾ, ਭਰਾ ਨੇ 2, ਤੇ ਜੇ ਭਰਾ ਆਪਸ ਦੇ ਅੰਦਰ ਪ੍ਰੋਪਰਟੀ ਤੋਂ ਲੜਨ ਤਾਂ ਮਾੜਾ ਕੰਮ ਹੈ ਨਾ। ਇੱਕ ਦੂਜੇ ਦਾ ਹੱਕ ਨਾ ਖਾਣ। ਪਿਓ ਪੁੱਤਰ ਨੇ ਤਾਂ ਗੁਰੂ ਜੀ ਕਹਿੰਦੇ ਨੇ, ਪੂਤ ਕਾਹੇ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸੌ ਝਗੜਤ ਪਾਪ। ਕਿ ਬੱਚਿਓ ਆਪਣੇ ਮਾਪਿਆਂ ਦੇ ਨਾਲ ਕਿਉਂ ਝਗੜਾ ਕਰਦੇ ਹੋ? ਕਿਉਂਕਿ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਪਾਲਿਆ ਵੱਡਾ ਕੀਤਾ, ਉਹਨਾਂ ਨਾਲ ਝਗੜਾ ਕਰਨਾ, ਉਹਨਾਂ ਨੂੰ ਦੁੱਖ ਦੇਣਾ ਬਹੁਤ ਵੱਡਾ ਪਾਪ ਹੈ। ਤੇ ਮਾਂ ਬਾਪ ਦਾ ਸਤਿਕਾਰ ਕਰਨਾ ਇਹ ਪੁੰਨ ਦਾ ਕੰਮ ਹੈ, ਚੰਗਾ ਕੰਮ। ਸਿਸਟਮ ਹੈ ਨਾ ਕਿ ਬੱਚੇ ਮਾਂ ਬਾਪ ਦਾ ਸਤਿਕਾਰ ਕਰਨ, ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ, ਤੇ ਘਰ ਦੇ ਅੰਦਰ ਸੁੱਖ ਰਹੇਗਾ, ਮਾਣ ਇੱਜ਼ਤ ਵੀ ਮਿਲੇਗਾ।
ਲੋਕ ਕਹਿਣਗੇ ਵੀ ਫਲਾਂ ਬੰਦੇ ਦੇ ਬੱਚੇ ਨੇ ਰੱਬ ਵਰਗੇ ਨੇ, ਪਿਓ ਦਾ ਦਾਦੇ ਦਾਦੀ ਦਾ ਕਿੰਨਾ ਸਤਿਕਾਰ ਕਰਦੇ ਨੇ, ਕਿੰਨਾ ਖਿਆਲ ਰੱਖਦੇ ਨੇ। ਤੇ ਜਿਹੜੇ ਬੱਚੇ ਐਵੇਂ ਨਹੀਂ ਕਰਦੇ, ਲੋਕ ਕਹਿੰਦੇ ਨੇ ਇਸ ਔਲਾਦ ਨਾਲੋਂ ਤੇ ਨਾ ਹੀ ਜੰਮਦੇ ਤੇ ਠੀਕ ਸੀ ਨਾ, ਗੰਦੀ ਔਲਾਦ, ਜਾਂ ਕਈ ਕੁਛ ਸ਼ਬਦ ਵਰਤਦੇ ਨੇ ਲੋਕ। ਤਾਂ ਦੇਖੋ ਸਿਸਟਮ ਹੈ ਨਾ, ਮੰਨੈ ਪਤਿਓਂ ਪ੍ਰਗਟ ਜਾਏ। ਸਮਾਜ ਦੇ ਵਿੱਚ ਹੁਣ ਮੈਂ ਤੁਹਾਡੀ ਇੱਜ਼ਤ ਕਰਾਂ, ਤੁਸੀਂ ਮੇਰੀ ਇੱਜ਼ਤ ਕਰੋ ਤਾਂ ਇੱਜ਼ਤ ਮਿਲੇਗਾ, ਪਿਆਰ ਦੇ ਨਾਲ ਬੋਲੀਏ, ਇੱਕ ਦੂਜੇ ਦਾ ਸਹਿਯੋਗ ਕਰੀਏ। ਤੁਸੀਂ ਮੇਰਾ ਸਹਿਯੋਗ ਕਰੋਗੇ ਤਾਂ ਮੇਰੇ ਕੋਲ ਤੁਹਾਨੂੰ ਮਾਣ ਆਦਰ ਸਤਿਕਾਰ ਮਿਲੇਗਾ। ਜੇ ਮੈਂ ਤੁਹਾਡਾ ਸਹਿਯੋਗ ਕਰਾਂਗਾ, ਤੁਹਾਡੇ ਕੋਲੋਂ ਮੈਨੂੰ ਮਾਣ ਆਦਰ ਸਤਿਕਾਰ ਮਿਲੇਗਾ। ਸਿਸਟਮ ਹੈ ਨਾ, ਜਿਹੜਾ ਇਸ ਸਿਸਟਮ ਨੂੰ, ਗੁਰੂ ਦੀ ਸਿੱਖਿਆ ਨੂੰ ਮੰਨ ਲਵੇਗਾ, ਉਹਨੂੰ ਮਾਣ ਮਿਲੇਗਾ, ਇੱਜ਼ਤ ਮਿਲੇਗੀ, ਸਤਿਕਾਰ ਮਿਲੇਗਾ। ਹੁਣ ਅਗਲੀ ਨਿਸ਼ਾਨੀ ਕੀ ਹੈ ਮੰਨਣ ਵਾਲਿਆਂ ਦੀ? ਦੇਖੋ, ਇਹ ਉਹਨਾਂ ਦੀਆਂ ਨਿਸ਼ਾਨੀਆਂ ਨੇ ਜੋ ਮੰਨ ਰਹੇ ਨੇ। ਅਸੀਂ ਹੁਣ ਸਾਰੇ ਵੀਰਾਂ ਭੈਣਾਂ ਨੇ ਆਪਣੇ ਜੀਵਨ ਨੂੰ ਨਾਲ-ਨਾਲ ਪਰਖੀ ਜਾਣਾ ਕਿ ਕੀ ਸਾਡੇ ਜੀਵਨ ਦੇ ਵਿੱਚ ਕੋਈ ਰੁਕਾਵਟਾਂ ਤੇ ਨਹੀਂ ਖੜੀਆਂ, ਜਾਤੀਵਾਦ ਦੀਆਂ, ਮੇਰ ਤੀਰ ਦੀਆਂ, ਹੰਕਾਰ ਦੀਆਂ? ਕਿ ਸਾਡੇ ਘਰਾਂ ਦੇ ਵਿੱਚ ਕਲ ਕਲੇਸ਼ ਤੇ ਨਹੀਂ ਪਿਆ ਹੋਇਆ? ਕਿ ਸਾਨੂੰ ਹਰ ਰਿਸ਼ਤੇਦਾਰ ਭੈਣ ਭਰਾ ਤੋਂ ਇੱਜ਼ਤ ਮਾਨ ਸਤਿਕਾਰ ਮਿਲ ਰਿਹਾ ਹੈ? ਅਸੀਂ ਇਹ ਕਰਮ ਕੀਤੇ ਨੇ? ਜੇ ਕੀਤੇ ਨੇ ਤਾਂ ਸਾਡਾ ਜਪਜੀ ਸਾਹਿਬ ਪੜਿਆ ਹੋਇਆ ਸਫਲਾ ਹੈ, ਤੇ ਜੇ ਨਹੀਂ, ਕਿਤੇ ਕੁਝ ਗਲਤੀਆਂ ਭੁੱਲਾਂ ਹੋਈਆਂ ਨੇ ਤਾਂ ਉਹਨਾਂ ਨੂੰ ਹੁਣ ਛੱਡ ਦੇਣਾ ਹੈ। ਅਸੀਂ ਹੁਣ ਇਸ ਚੀਜ਼ ਨੂੰ ਅਪਣਾ ਲੈਣਾ ਹੈ ਤੇ ਬਾਕੀ ਦੀ ਜੋ ਜ਼ਿੰਦਗੀ ਬਚੀ ਹੈ, ਖੁਸ਼ੀ ਨਾਲ, ਪਿਆਰ ਮੁਹੱਬਤ ਦੇ ਨਾਲ, ਮਾਨ ਸਤਿਕਾਰ ਵਾਲੀ ਜ਼ਿੰਦਗੀ ਜੀਣੀ ਹੈ। ਇੱਕ ਦੂਜੇ ਨੂੰ ਪਿਆਰ ਕਰਨਾ ਹੈ, ਇੱਕ ਦੂਜੇ ਤੋਂ ਪਿਆਰ ਲੈਣਾ ਹੈ। ਅਗਲੀ ਨਿਸ਼ਾਨੀ ਕੀ ਹੈ ਮੰਨਣ ਵਾਲੇ ਦੀ? ਮੰਨੈ ਮਗ ਨਾ ਚੱਲੇ ਪੰਥ। ਇੱਥੇ ਮਗ ਤੇ ਗੱਗੇ ਥੱਲੇ ਹੈ ਔਂਕੜ। ਮਗ ਦਾ ਮਤਲਬ ਰਾਸਤਾ ਤੇ ਪੰਥ ਦਾ ਮਤਲਬ ਹੈ ਭੇਖ, ਮਜ਼ਹਬ। ਮੰਨੈ, ਮੰਨਣ ਵਾਲਾ ਜੋ ਬੰਦਾ ਹੈ, ਮਨਨ ਕਰਕੇ ਜੋ ਰੱਬੀ ਰਜ਼ਾ ਨੂੰ ਮੰਨਦਾ ਹੈ, ਰੱਬ ਦੇ ਭਾਣੇ ਨੂੰ ਮੰਨਦਾ ਹੈ, ਗੁਰੂ ਦੀ ਸੱਚੀ ਸਿੱਖਿਆ ਨੂੰ ਮੰਨਦਾ ਹੈ, ਜੋ ਹੁਕਮ ਰਜ਼ਾਈ ਚੱਲਦਾ ਹੈ। ਮਗ ਨਾ ਚੱਲੇ ਪੰਥ ਦਾ ਮਤਲਬ ਭੇਖਾਂ ਦੇ ਰਾਸਤਿਆਂ ਤੇ ਨਹੀਂ ਚੱਲਦਾ, ਉਹ ਮਜ਼ਹਬਾਂ ਦੇ ਚੱਕਰ ਵਿੱਚ ਨਹੀਂ ਪੈਂਦਾ। ਭੇਖ ਕਿਹੜੇ ਨੇ? ਹੁਣ ਦੇਖੋ ਕਿੰਨੇ ਸਾਰੇ ਧਰਮ ਨੇ ਅੱਜ ਦੀ ਡੇਟ ਵਿੱਚ, ਕਿੰਨੇ ਧਰਮ ਨੇ? ਮੇਰੇ ਖਿਆਲ 'ਚ 1200-1400 ਦੇ ਕਰੀਬ ਜਾਂ ਇਸ ਤੋਂ ਜ਼ਿਆਦਾ ਹੋ ਸਕਦੇ ਨੇ। 5-7 ਧਰਮ ਜਿਹੜੇ ਮੇਨ ਨੇ ਵੱਡੇ, ਉਹਨਾਂ ਦਾ ਸਾਨੂੰ ਪਤਾ। ਹੋਰ ਨਿੱਕੇ ਨਿੱਕੇ ਫਿਰਕੇ ਮਜ਼ਹਬ ਬਹੁਤ ਨੇ। ਹੁਣ ਉਹ ਇਹਨਾਂ ਰਾਸਤਿਆਂ ਤੇ ਨਹੀਂ ਚੱਲਦਾ। ਦੇਖੋ ਕਿੰਨੇ ਰਾਹ ਨੇ, ਇੰਨੇ ਧਾਰਮਿਕ ਲੋਕ ਨੇ, ਇੰਨੇ ਧਰਮਾਂ ਦੇ ਰਸਤੇ ਨੇ, ਪਰ ਦੁਨੀਆ ਦੇ ਵਿੱਚ ਕਿਤੇ ਸ਼ਾਂਤੀ ਦਿਸ ਨਹੀਂ ਰਹੀ। ਕਿੰਨੇ ਲੋਕ ਨੇ ਜੋ ਸਵੇਰੇ ਉੱਠਦਿਆਂ ਸਾਰ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਤੁਸੀਂ ਏਦਾਂ ਬਹਿ ਜਾਣਾ ਹੈ ਤੇ ਦਸਮ ਦੁਆਰ ਵਿੱਚ ਪ੍ਰਾਣ ਚੜਾਉਣਾ। ਉਹ ਬਹਿੰਦੇ ਨੇ 10-20 ਮਿੰਟ, ਅੱਧਾ ਘੰਟਾ, ਘੰਟਾ, 2 ਘੰਟੇ, ਬੜਾ ਆਨੰਦ ਆਇਆ ਜੀ। ਤੇ ਦੁਕਾਨ ਤੇ ਜਾਂਦਿਆਂ ਫਿਰ ਉਹ ਛਿੱਲ ਲਾਣੀ ਸ਼ੁਰੂ ਕਰਦੇ। ਸਮਾਧੀ ਤੋਂ ਉੱਠਦਿਆਂ ਸਾਰ ਫਿਰ ਉਹ ਘਰ ਵਾਲੀ ਦੇ ਦੁਆਲੇ ਹੋ ਜਾਣਾ ਵੀ ਆ ਪਰੌਂਠੇ ਪਕਾਏ ਨੇ, ਸੜੇ ਆਲੂ ਗਲੇ ਪਾ ਦਿੱਤੇ ਨੇ ਵਿੱਚ, ਮਿਰਚਾਂ ਸਬਜ਼ੀ ਵਿੱਚ ਤੇਜ਼ ਨੇ, ਬੱਚਿਆਂ ਨੂੰ ਕੁੱਟ ਕੱਢਣਗੇ, ਗੁਆਂਢੀਆਂ ਨਾਲ ਲੜ ਪੈਣਗੇ ਜਾਂ ਹੋਰ ਕੁਛ। ਤੇ ਸਮਾਧੀ ਕਿੱਧਰ ਗਈ? ਸ਼ਾਂਤੀ ਹੋਣੀ ਚਾਹੀਦੀ ਸੀ ਨਾ ਸਮਾਧੀ ਵਾਲੇ ਦੇ ਅੰਦਰ, ਸ਼ਾਂਤੀ ਪਰ ਨਹੀਂ ਹੈ। ਕਿੰਨੇ ਨੇ ਜਿਨ੍ਹਾਂ ਨੇ ਧਾਰਮਿਕ ਭੇਖ ਪਹਿਨੇ ਹੋਏ ਨੇ ਮੇਰੇ ਵਰਗਿਆਂ ਨੇ, ਇੱਕ ਨਹੀਂ ਅਨੇਕਾਂ ਨੇ। ਹਰ ਧਰਮ ਦੇ ਆਪਣੇ ਆਪਣੇ ਚਿੰਨ੍ਹ ਨੇ, ਤਾਂ ਜਿਨ੍ਹਾਂ ਨੇ ਧਾਰਮਿਕ ਚਿੰਨ੍ਹ ਪਹਿਨੇ ਨੇ ਦਾ ਮਤਲਬ ਕਿ ਉਹ ਧਰਮੀ ਨੇ। ਪਰ ਇੱਥੇ ਤੇ ਧਾਰਮਿਕ ਚਿੰਨ੍ਹਾਂ ਵਾਲੇ ਜ਼ਿਆਦਾ ਲੜ ਰਹੇ ਨੇ। ਮੰਦਰਾਂ, ਮਸੀਤਾਂ, ਗੁਰਦੁਆਰਿਆਂ ਵਿੱਚ ਪੂਰਾ ਜੰਗ ਦਾ ਅਖਾੜਾ ਬਣਿਆ ਹੁੰਦਾ ਹੈ ਸਾਡੇ ਸਾਹਮਣੇ ਨਾ। ਸਾਰੇ ਨਹੀਂ ਐਸੇ, ਲੇਕਿਨ ਬਹੁਤੇ ਲੋਕ। ਤਾਂ ਫਿਰ ਧਰਮ ਕਿੱਧਰ ਗਿਆ? ਤੀਰਥਾਂ ਤੇ ਨਹਾਉਣ ਵਾਲੇ ਕਿੰਨੇ ਨੇ? ਅਸੀਂ ਪਿੱਛੇ ਗੱਲਾਂ ਕਰ ਰਹੇ ਹਾਂ ਇਹ, ਤਾਂ ਤੀਰਥਾਂ ਤੇ ਨਹਾਉਣਾ ਕਿੱਧਰ ਗਿਆ? ਪੁੰਨ ਦਾਨ ਕਰਨ ਵਾਲੇ ਕਿੰਨੇ ਲੋਕ ਨੇ, ਲੇਕਿਨ ਪੁੰਨ ਦਾਨ ਕਰਨ ਵਾਲਾ ਜਿਹੜਾ ਹੈ ਉਹਦੀ ਇਨਕਮ ਦਾ ਸੋਰਸਿਸ ਕੀ ਹੈ? ਕਿੱਧਰ ਗਿਆ ਫਿਰ ਉਹ ਧਰਮ? ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ ਉਹ ਇਹਨਾਂ ਭੇਖਾਂ ਦੇ ਰਾਹਾਂ ਤੇ ਨਹੀਂ ਤੁਰਦਾ। ਉਹਨੂੰ ਕੋਈ ਬਾਹਰੀ ਭੇਖ ਬਣਾਉਣ ਦੀ ਲੋੜ ਨਹੀਂ ਕਿ ਲੰਮਾ ਚੋਲਾ ਹੀ ਪਾਣਾ ਹੈ ਜਾਂ ਇਹ ਬਸਤਰ ਹੀ ਪਹਿਨਣੇ ਨੇ। ਭੇਖਾਂ ਦੇ ਰਾਹਾਂ ਤੇ ਨਹੀਂ ਤੁਰਦਾ, ਉਹ ਭੇਖ ਨਹੀਂ ਕਰਦਾ। ਉਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਨਹੀਂ ਹੁੰਦਾ। ਉਹ ਅੰਦਰੋਂ ਬਾਹਰੋਂ ਇੱਕ ਹੈ। ਉਹਦੇ ਅੰਦਰ ਵੀ ਸੱਚ ਹੈ, ਉਹਦੇ ਬਾਹਰ ਵੀ ਸੱਚ ਹੈ, ਬੋਲਦਾ ਵੀ ਸੱਚ ਹੈ, ਕਰਮ ਵੀ ਸੱਚੇ ਕਰਦਾ। ਜੋ ਇਮਾਨਦਾਰੀ ਦੀ ਗੱਲ ਕਰ ਰਿਹਾ ਤੇ ਅੰਦਰ ਵੀ ਇਮਾਨਦਾਰੀ ਹੈ, ਬੋਲ ਵੀ ਇਮਾਨਦਾਰੀ ਵਾਲੇ ਨੇ, ਔਰ ਉਹਦਾ ਜੀਵਨ ਵੀ ਇਮਾਨਦਾਰੀ ਵਾਲਾ ਹੀ ਹੈ। ਤਾਂ ਮੰਨੈ ਮਗ ਨਾ ਚੱਲੇ ਪੰਥ, ਉਹ ਭੇਖਾਂ ਦੇ ਰਾਸਤਿਆਂ ਤੇ ਨਹੀਂ ਚੱਲਦਾ, ਭੇਖ ਧਾਰਨ ਨਹੀਂ ਕਰਦਾ।
बनावटी जिंदगी नहीं हुंदी ਉਹਦੀ, ਉਹ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ, ਜੈਸਾ ਹੈ ਵੈਸਾ ਹੀ ਹੈ। ਸੱਚ ਹੈ ਅੰਦਰ, ਸੱਚ ਹੈ ਬੋਲਾਂ ਵਿੱਚ, ਸੱਚ ਹੈ ਵਿਹਾਰ ਦੇ ਅੰਦਰ, ਕਿਉਂਕਿ ਉਹਨੇ ਮੰਨ ਲਿਆ ਹੈ ਰੱਬ ਦੀ ਰਜ਼ਾ ਨੂੰ, ਭਾਣੇ ਨੂੰ, ਸਿਸਟਮ ਨੂੰ, ਕੁਦਰਤੀ ਨਿਯਮਾਂ ਨੂੰ, ਗੁਰੂ ਦੀ ਪਾਵਨ ਬਾਣੀ ਨੂੰ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ, ਗੁਰੂ ਦੇ ਸਿਧਾਂਤਾਂ ਨੂੰ, ਗਿਆਨ ਮੁਤਾਬਕ ਉਹ ਜ਼ਿੰਦਗੀ ਜੀ ਰਿਹਾ ਹੈ। ਉਹਦੇ ਅੰਦਰ ਕਾਮਨ ਸੈਂਸ ਹੈ, ਸਾਰਿਆਂ ਦੇ ਵਿੱਚੋਂ ਰੱਬ ਨੂੰ ਵੇਖਦਾ ਹੈ। ਉਹ ਕੇਵਲ ਕਹਿੰਦਾ ਹੀ ਨਹੀਂ, ਕਹਿੰਦੇ ਤੇ ਅਸੀਂ ਸਾਰੇ ਹਾਂ, ਪਰ ਜਿਹਨੇ ਮੰਨ ਲਿਆ ਉਹਦੇ ਅੰਦਰ ਫਿਰ ਇਹ ਵਿਖੇਪਤਾ ਨਹੀਂ ਰਹਿੰਦੀ। ਉਹਨੂੰ ਕੀ ਮਿਲਦਾ ਹੈ? ਮੰਨੈ ਧਰਮ ਸੇਤੀ ਸੰਬੰਧ। ਇੱਥੇ ਧਰਮ ਦੇ ਮੰਮੇ ਥੱਲੇ ਔਂਕੜ ਆਉਣਾ ਚਾਹੀਦਾ ਸੀ, ਪਰ ਨਹੀਂ ਹੈ, ਕਿਉਂਕਿ ਧਰਮ ਇੱਕ ਹੁੰਦਾ ਨਾ। ਹੁਣ ਧਰਮ ਦਾ ਔਂਕੜ ਕਿਉਂ ਹਟਾਇਆ ਹੈ? ਸੰਬੰਧ ਔਰ ਧਰਮ ਦੇ ਦਰਮਿਆਨ ਸ਼ਬਦ ਹੈ ਸੇਤੀ। ਇਹ ਸੰਬੰਧ ਕੀ ਸ਼ਬਦ ਹੈ। ਜਦੋਂ ਦੋ ਸ਼ਬਦਾਂ ਦੇ ਅੰਦਰ ਸੰਬੰਧ ਕੀ ਸ਼ਬਦ ਆਉਂਦਾ ਹੈ ਨਾ, ਤਾਂ ਔਂਕੜ ਜਿਹੜਾ ਹੈ ਉਹਦਾ ਹਟਾ ਦਿੱਤਾ ਜਾਂਦਾ ਹੈ ਪਹਿਲੇ ਸ਼ਬਦ ਦਾ। ਇੱਥੇ ਧਰਮ ਬਹੁਵਚਨੀ ਨਹੀਂ ਹੈ, ਸਿੰਗੂਲਰ ਸ਼ਬਦ ਹੈ। ਇਹਦਾ ਔਂਕੜ ਸੇਤੀ ਕਰਕੇ ਉਤਰਿਆ ਹੈ। ਮੰਨੈ ਧਰਮ ਸੇਤੀ ਸੰਬੰਧ। ਸੇਤੀ ਦਾ ਮਤਲਬ ਨਾਲ, ਸੰਬੰਧ ਦਾ ਮਤਲਬ ਸੰਬੰਧ। ਨਾਮ ਨੂੰ, ਰਜਾ ਨੂੰ, ਭਾਣੇ ਨੂੰ, ਸੱਚ ਨੂੰ, ਗੁਰੂ ਗਿਆਨ ਨੂੰ, ਗੁਰੂ ਦੀ ਫਿਲਾਸਫੀ ਨੂੰ ਮਨਨ ਕਰਕੇ ਉਹਦਾ ਧਰਮ ਦੇ ਨਾਲ ਸਿੱਧਾ ਸੰਬੰਧ ਬਣ ਜਾਂਦਾ ਹੈ, ਧਰਮ ਨਾਲ ਸੰਬੰਧ ਬਣ ਜਾਂਦਾ। ਦੇਖੋ ਪਹਿਲੋਂ ਕਿਹਾ ਸੀ ਪੰਥ, ਪੰਥ ਦਾ ਮਤਲਬ ਭੇਖ, ਮਜ਼ਹਬ, ਫਿਰਕੇ। ਉਹਦਾ ਫਿਰਕਿਆਂ ਨਾਲ, ਭੇਖ ਧਾਰਨ ਦੇ ਨਾਲ ਕੋਈ ਸੰਬੰਧ ਨਹੀਂ ਰਹਿੰਦਾ, ਉਹਦਾ ਧਰਮ ਦੇ ਨਾਲ ਡਾਇਰੈਕਟ ਸੰਬੰਧ ਬਣ ਜਾਂਦਾ। ਤੇ ਧਰਮ ਕੀ ਹੈ? ਆਪਾਂ ਪਹਿਲਾਂ ਧਰਮ ਦੀ ਡੈਫੀਨੇਸ਼ਨ ਲਿਖੀ ਸੀ ਨਾ, ਕਿਹਨਾਂ ਨੂੰ ਯਾਦ ਹੈ? ਥੋੜਾ ਹੱਥ ਖੜਾ ਕਰੋਗੇ? ਵਾਹ ਜੀ ਵਾਹ, ਕੀ ਬਾਤ, ਬਹੁਤ ਵਧੀਆ। ਧਰਮ ਦੀ ਡੈਫੀਨੇਸ਼ਨ ਸੀ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਤੇ ਗੁਰੂ ਜੀ ਪਾਵਨ ਬਾਣੀ ਵਿੱਚ ਕਹਿ ਰਹੇ ਨੇ, ਏਕੋ ਧਰਮ ਦ੍ਰਿੜੈ ਸੱਚ ਕੋਈ। ਸੱਚ ਨੂੰ ਜਾਣ ਲੈਣਾ, ਸੱਚ ਨੂੰ ਅਪਣਾ ਲੈਣਾ ਹੀ ਇੱਕੋ ਇੱਕ ਧਰਮ ਹੈ ਸਾਰੀ ਮਨੁੱਖਤਾ ਦਾ। ਤੇ ਜਿਹੜਾ ਨਾਮ ਨੂੰ ਯਾਨੀ ਰੱਬੀ ਹੁਕਮ ਨੂੰ ਮੰਨਦਾ ਹੈ, ਸੱਚ ਨੂੰ ਮੰਨਦਾ ਹੈ, ਗੁਰੂ ਦੀ ਸਿੱਖਿਆ ਨੂੰ ਮੰਨਦਾ ਹੈ, ਉਹਦਾ ਸੱਚ ਦੇ ਨਾਲ ਸਿੱਧਾ ਸੰਬੰਧ ਬਣਦਾ। ਉਹਦੀ ਮਾਨਸਿਕਤਾ ਵਿੱਚ ਔਰ ਸੱਚ ਦੇ ਅੰਦਰ ਕੋਈ ਫਰਕ ਨਹੀਂ ਰਹਿੰਦਾ, ਸੱਚ ਦੇ ਨਾਲ ਜੁੜਿਆ ਹੋਇਆ ਹੈ। ਮੰਨੈ ਧਰਮ ਸੇਤੀ ਸੰਬੰਧ। ਨਾਮ ਨੂੰ, ਜੋ ਰੱਬ ਦੇ ਹੁਕਮ ਨੂੰ ਮੰਨਦਾ ਹੈ, ਗੁਰੂ ਦੀ ਸਿੱਖਿਆ ਨੂੰ ਮੰਨਦਾ ਹੈ, ਉਹਦਾ ਧਰਮ ਦੇ ਨਾਲ ਸਿੱਧਾ ਸੰਬੰਧ ਬਣ ਜਾਏਗਾ। ਹੁਣ ਧਰਮ ਦਾ ਸੰਬੰਧ ਜੰਗਲਾਂ ਨਾਲ ਹੈ ਹੀ ਨਹੀਂ, ਧਰਮ ਦਾ ਸੰਬੰਧ ਮਾਲਾ ਨਾਲ ਨਹੀਂ ਹੈ, ਧਰਮ ਦਾ ਸੰਬੰਧ ਸਮਾਧੀਆਂ ਲਾਉਣ ਨਾਲ ਨਹੀਂ ਹੈ। ਇਹਨਾਂ ਚੀਜ਼ਾਂ ਦਾ ਧਰਮ ਦੇ ਨਾਲ ਕੋਈ ਨਾਤਾ ਹੀ ਨਹੀਂ। ਧਰਮ ਤਾਂ ਸੱਚ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ। ਜਿਵੇਂ ਇੱਕ ਔਰਤ ਹੈ ਨਾ, ਤਾਂ ਔਰਤ ਬੇਟੀ ਹੈ, ਔਰਤ ਭੈਣ ਹੈ, ਪਤਨੀ ਹੈ, ਮਾਂ ਹੈ, ਨੂੰਹ ਹੈ, ਸੱਸ ਹੈ, ਦਰਾਣੀ ਜਠਾਣੀ ਹੈ। ਇੰਨੇ ਰਿਸ਼ਤੇ ਨੇ ਉਹਦੇ, ਜਿੰਨੇ ਰਿਸ਼ਤੇ ਨੇ ਇੰਨੇ ਹੀ ਔਰਤ ਦੇ ਫਰਜ਼ ਨੇ। ਸੱਚ ਨੂੰ ਇਮਾਨਦਾਰੀ, ਸੱਚ ਨੂੰ ਬੇਸ ਬਣਾ ਕੇ ਇਮਾਨਦਾਰੀ ਦੇ ਨਾਲ ਹਰ ਔਰਤ ਆਪਣੇ ਇਹਨਾਂ ਫਰਜ਼ਾਂ ਨੂੰ ਪੂਰੀਆਂ ਕਰੇ, ਇਹ ਔਰਤ ਦਾ ਧਰਮ। ਤੇ ਬੰਦਾ ਬੇਟਾ ਹੈ ਕਿਸੇ ਦਾ, ਭਰਾ ਹੈ, ਪਤੀ ਹੈ, ਜਵਾਈ ਹੈ, ਸਹੁਰਾ ਹੈ, ਚਾਚਾ ਤਾਇਆ ਹੈ, ਭਤੀਜਾ ਹੈ, ਕਿੰਨੇ ਸਾਰੇ ਰਿਸ਼ਤੇ ਨੇ। ਸੱਚ ਨੂੰ ਆਧਾਰ ਬਣਾ ਕੇ ਇਮਾਨਦਾਰੀ ਦੇ ਨਾਲ ਆਪਣੇ ਫਰਜ਼ਾਂ ਨੂੰ ਪੂਰੀਆਂ ਕਰੇ, ਇਹ ਬੰਦੇ ਦਾ ਧਰਮ ਹੈ। ਤੇ ਇਹ ਧਰਮ ਇਹ ਇੱਥੇ ਹੀ ਖਤਮ ਨਹੀਂ ਹੁੰਦਾ। ਫਰਜ਼ ਜਿਹੜਾ ਵੱਡਾ ਯੂਨੀਵਰਸ ਹੈ, ਓਡਾ ਵੱਡਾ ਹੀ ਧਰਮ ਹੈ, ਓਡੇ ਵੱਡੇ ਹੀ ਫਰਜ਼ ਨੇ। ਤੁਹਾਡੇ ਵਨਸਪਤੀ ਲਈ ਕੀ ਫਰਜ਼ ਨੇ, ਤੁਹਾਡੇ ਹਵਾ ਲਈ ਕੀ ਫਰਜ਼ ਨੇ, ਧਰਤੀ ਲਈ ਕੀ ਫਰਜ਼ ਨੇ, ਮਨੁੱਖਤਾ ਲਈ ਕੀ ਫਰਜ਼ ਨੇ, ਪਸ਼ੂ ਪੰਛੀਆਂ ਵਾਸਤੇ ਕੀ ਫਰਜ਼ ਨੇ। ਇਹਨਾਂ ਫਰਜ਼ਾਂ ਨੂੰ ਜੇ ਹਰ ਇਨਸਾਨ ਇਮਾਨਦਾਰੀ ਨਾਲ ਪੂਰਾ ਕਰੇ ਤਾਂ ਦੱਸੋ ਇਸ ਦੁਨੀਆ ਵਿੱਚ ਕੋਈ ਸਮੱਸਿਆ ਹੈ? ਬਿਲਕੁਲ ਨਹੀਂ। ਤਾਂ ਜਿਹੜਾ ਰੱਬ ਦੀ ਰਜ਼ਾ ਨੂੰ ਮੰਨਦਾ ਹੈ, ਉਹਦਾ ਸੱਚ ਦੇ ਨਾਲ ਸਿੱਧਾ ਸੰਬੰਧ ਬਣ ਜਾਂਦਾ।
ਉਹ ਸੱਚ ਨੂੰ ਬੇਸ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਦਾ ਹੈ। ਤਾਂ ਦੇਖੋ ਕਿੰਨਾ ਸੌਖਾ ਰਸਤਾ ਹੈ, ਪਰ ਅਸੀਂ ਧਰਮ ਨੂੰ ਕਿੰਨਾ ਔਖਾ ਬਣਾ ਕੇ ਪੇਸ਼ ਕੀਤਾ ਹੈ, ਜਿਸ ਕਰਕੇ ਅੱਜ ਬੰਦਾ ਧਰਮ ਤੋਂ ਹੀ ਦੂਰ ਜਾ ਰਿਹਾ ਹੈ। ਕਈ ਲੋਕ ਕਹਿੰਦੇ ਨੇ ਧਰਮ ਔਰ ਰਾਜਨੀਤੀ ਵੱਖਰੀ ਹੈ, ਧਰਮ ਔਰ ਸਾਇੰਸ ਵੱਖਰੀ ਹੈ। ਉਹ ਧਰਮ ਦੀ ਡੈਫੀਨੇਸ਼ਨ ਹੀ ਤੁਸੀਂ ਐਸੀ ਬਣਾਈ ਹੈ ਕਿ ਜਿਸ ਨੇ ਵਖੇਵੇਂ ਪੈਦਾ ਕੀਤੇ। ਸਾਇੰਟਿਸਟ ਡਾਕਟਰ ਲੋਕ ਆਪਣੇ ਫਰਜ਼ ਪੂਰੇ ਕਰ ਰਹੇ ਨੇ। ਜੇ ਉਹਨਾਂ ਨੇ ਫਰਜ਼ ਪੂਰੇ ਨਾ ਕੀਤੇ ਹੁੰਦੇ, ਦਵਾਈਆਂ ਦਾਰੂ ਵਗੈਰਾ, ਜੇ ਹੁਣ ਕੋਰੋਨਾ ਹੈ ਤਾਂ ਜੇ ਵੈਕਸੀਨ ਵਾਸਤੇ ਰਿਸਰਚ ਚੱਲ ਰਹੀ ਹੈ ਨਾ, ਸਰਚ, ਤੇ ਉਹ ਕਿਹਨਾਂ ਨੇ ਲੱਭਣੀ ਹੈ? ਅਸੀਂ ਤੇ ਲੱਭਣੀ ਨਹੀਂ, ਡਾਕਟਰਾਂ ਨੇ ਲੱਭਣੀ ਹੈ, ਵਿਗਿਆਨਿਕ ਹੀ ਲੱਭਣਗੇ। ਉਹ ਆਪਣੇ ਫਰਜ਼ ਪੂਰੇ ਕਰਦੇ ਨੇ। ਇਮਾਨਦਾਰੀ ਨਾਲ ਫਰਜ਼ ਪੂਰੇ ਕਰਨਾ ਹੀ ਧਰਮ ਹੈ, ਤਾਂ ਉਹਦਾ ਸੰਬੰਧ ਬਣ ਜਾਂਦਾ ਧਰਮ ਦੇ ਨਾਲ। ਇਸ ਲਈ ਗੁਰੂ ਜੀ ਸਾਨੂੰ ਧਰਮੀ ਬਣਨ ਵਾਸਤੇ ਪ੍ਰੇਰਦੇ ਨੇ। ਧਰਮੀ ਦਿਸਣਾ ਹੋਰ ਗੱਲ ਹੈ, ਧਰਮੀ ਹੋਣਾ ਹੋਰ ਗੱਲ। ਧਰਮੀ ਤੇ ਮੈਂ ਦਿਸ ਰਿਹਾ, ਦਸਤਾਰ ਬੰਨੀ ਬੜੀ ਸੋਹਣੀ, ਕਿਰਪਾਨ ਧਰਮੀ ਤੇ ਦਿਸ ਰਿਹਾ, ਪਰ ਮੈਂ ਧਰਮੀ ਹੋਵਾਂ ਦਿਸਣ ਦੇ ਨਾਲ ਕੋਈ ਜ਼ਰੂਰੀ ਨਹੀਂ ਹੈ। ਧਰਮੀ ਹੋਣਾ ਜ਼ਰੂਰੀ ਹੈ। ਅਗਲਾ ਬਚਨ ਕਰਦੇ ਨੇ, ਐਸਾ ਨਾਮ ਨਿਰੰਜਨ ਹੋਏ। ਇਹੋ ਜਿਹਾ ਹੈ ਰੱਬ ਦਾ ਹੁਕਮ ਸਿਸਟਮ। ਨਾਮ ਦਾ ਮਤਲਬ ਹੁਕਮ, ਰਜ਼ਾ, ਭਾਣਾ। ਨਿਰੰਜਨ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ। ਇਹੋ ਜਿਹਾ ਹੈ ਰੱਬ ਦਾ ਹੁਕਮ, ਜਿਸ ਨੂੰ ਮੰਨਣ ਦੇ ਨਾਲ ਕੂੜ ਦੀ ਪਾਲ ਟੁੱਟ ਜਾਂਦੀ ਹੈ, ਬੰਦਾ ਸਚਿਆਰ ਹੋ ਜਾਂਦਾ ਹੈ। ਇਹੋ ਜਿਹਾ ਹੈ ਸਾਰਾ ਲਾ ਆਫ ਨੇਚਰ। ਐਸੀ ਹੈ ਗੁਰੂ ਦੀ ਸਿੱਖਿਆ, ਐਸਾ ਹੈ ਗੁਰੂ ਦਾ ਦਿੱਤਾ ਵੇ ਆਫ ਲਾਈਫ। ਐਸੀ ਮਹਾਨ ਹੈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਸ ਨੂੰ ਮੰਨਣ ਦੇ ਨਾਲ ਬੰਦਾ ਨਿਰਲੇਪ ਹੋ ਜਾਂਦਾ, ਕਮਲ ਵਰਗਾ। ਪਾਣੀ ਵਿੱਚ ਨਿਰਲੇਪ, ਸੰਸਾਰ ਦੇ ਅੰਦਰ ਉਹ ਬੰਦਾ ਨਿਰਲੇਪ ਹੈ। ਮੇਰ ਤੇਰ ਦੇ ਵਿਤਕਰਿਆਂ ਤੋਂ, ਜਾਤੀਵਾਦ ਤੋਂ, ਊਚ ਨੀਚ ਤੋਂ, ਛੂਆ ਛਾਤ ਤੋਂ, ਆਪਣੇ ਪਰਾਏ ਦੇ ਵਿਤਕਰਿਆਂ ਤੋਂ ਬਿਲਕੁਲ ਨਿਰਲੇਪ। ਉਸ ਬੰਦੇ ਦੇ ਅੰਦਰ ਕਮਲ ਵਰਗੀ ਕੋਮਲਤਾ ਹੈ। ਉਹਦਾ ਹਿਰਦਾ ਕੋਮਲ ਹੈ, ਹਿਰਦਾ ਕੋਮਲ ਹੈ, ਬਿਲਕੁਲ ਵੀ ਉਹਦੇ ਅੰਦਰ ਕਠੋਰਤਾ ਨਹੀਂ ਹੈ। ਉਹਦਾ ਹਿਰਦਾ ਪਿੰਗਲਦਾ ਹੈ। ਤਾਂ ਤੁਸੀਂ ਇੱਕ ਨਿੱਕੀ ਜਿਹੀ ਵੀਡੀਓ ਦੇਖੀ ਨਾ, ਲੋਕ ਮਜ਼ਦੂਰ ਪੈਦਲ ਜਾ ਰਹੇ ਨੇ ਆਪਣੇ ਘਰਾਂ ਨੂੰ, ਸੈਂਕੜੇ ਮੀਲ ਸਫ਼ਰ ਕਰਕੇ, ਹਜ਼ਾਰ ਕਿਲੋਮੀਟਰ ਪੈਦਲ ਤੁਰੇ ਜਾ ਰਹੇ ਨੇ। ਤੇ ਇੱਕ ਬੰਦਾ ਔਰ ਉਸਦੀ ਪਤਨੀ, ਤੇ ਇੱਕ ਪਤਨੀ ਨੇ ਕੁੜੀ ਫੜੀ ਹੋਈ ਹੈ ਤੇ ਬੰਦੇ ਨੇ ਮੁੰਡਾ ਚੁੱਕਿਆ ਹੋਇਆ ਹੈ। ਉਹ ਜਾ ਰਹੇ ਨੇ, ਉਹਨਾਂ ਨੂੰ ਰਾਸਤੇ ਵਿੱਚ ਪੁਲਿਸ ਰੋਕਦੀ, ਕਿੱਧਰ ਜਾ ਰਹੇ ਹੋ, ਕਿੱਧਰ ਤੁਰੇ ਜਾ ਰਹੇ ਹੋ? ਤੇ ਉਹ ਕਹਿੰਦਾ, ਸਾਹਿਬ ਸਾਨੂੰ ਮਾਰਿਓ ਨਾ, ਅਸੀਂ ਇੱਥੇ ਹੀ ਰੁਕ ਜਾਂਦੇ ਹਾਂ, ਕੋਈ ਗੱਲ ਨਹੀਂ, ਅਸੀਂ ਇੱਥੇ ਰੁਕ ਜਾਂਦੇ ਹਾਂ, ਅਸੀਂ ਆਪਣੇ ਘਰਾਂ ਨੂੰ ਜਾ ਰਹੇ ਹਾਂ। ਤੇ ਉਹ ਬੰਦੇ ਨੇ ਆਪਣੇ ਘਰ ਵਾਲੀ ਨੂੰ ਹਾਲੇ ਤੱਕ ਵੀ ਨਹੀਂ ਦੱਸਿਆ। ਤੇ ਪੁਲਿਸ ਵਾਲੇ ਕਹਿੰਦੇ ਨੇ, ਤੁਹਾਡਾ ਬੱਚਾ, ਤੁਸੀਂ ਭੁੱਖੇ ਤੇ ਨਹੀਂ? ਬੱਚਾ ਤੁਹਾਡਾ, ਤੁਸੀਂ ਇੰਨੀ ਦੂਰ ਬੱਚੇ ਨੂੰ ਲੈ ਕੇ ਜਾ ਰਹੇ ਹੋ ਤੇ ਭੁੱਖਾ ਕਿਵੇਂ? ਉਹ ਕਹਿੰਦਾ, ਮਾਲਕ ਬੱਚਾ ਤੇ ਰਿਹਾ ਹੀ ਨਹੀਂ, ਬੱਚਾ ਤੇ ਮਰ ਚੁੱਕਾ ਹੈ ਭੁੱਖ ਦੇ ਨਾਲ। ਤੇ ਉਹ ਬੱਚੇ ਦੀ ਲਾਸ਼ ਥੱਲੇ ਰੱਖ ਦਿੰਦਾ, ਤੁਸੀਂ ਵੀਡੀਓ ਦੇਖੀ ਹੋਣੀ। ਤੇ ਉਹਦੀ ਘਰ ਵਾਲੀ ਨੂੰ ਉਦੋਂ ਪਤਾ ਲੱਗਦਾ ਕਿ ਬੱਚਾ ਮਰ ਗਿਆ। ਉਹ ਫੁੱਟ ਕੇ ਰੋ ਰਹੀ ਹੈ। ਜੇ ਸਾਡੇ ਰਾਜਨੀਤਿਕ ਲੋਕਾਂ ਦੇ ਹਿਰਦੇ ਵਿੱਚ ਕੋਮਲਤਾ ਹੁੰਦੀ, ਉਹਨਾਂ ਲੋਕਾਂ ਨੇ ਸਿਸਟਮ ਨੂੰ ਫੋਲੋ ਕੀਤਾ ਹੁੰਦਾ, ਤਾਂ ਐਸੀਆਂ ਘਟਨਾਵਾਂ ਨਹੀਂ ਸੀ ਨਾ ਵਾਪਰਨੀਆਂ। ਕਿੰਨੇ ਕਠੋਰ ਹਿਰਦੇ ਹੋਣਗੇ ਉਹ, ਕਿੰਨੇ ਕਠੋਰ ਹਿਰਦੇ ਹੋਣਗੇ ਉਹ, ਜੋ ਜਾਤੀਵਾਦ ਕਰਕੇ ਕਿਸੇ ਨੂੰ ਨੀਵਾਂ ਵਿਖਾਉਂਦੇ ਨੇ। ਕਿੰਨੇ ਕਠੋਰ ਹਿਰਦੇ ਹੋਣਗੇ ਉਹ, ਜੋ ਆਪਣੀਆਂ ਨੂੰਹਾਂ ਨੂੰ ਦਹੇਜ ਘੱਟ ਲਿਆਉਣ ਕਰਕੇ ਸਾੜ ਦਿੰਦੇ ਨੇ ਜਾਂ ਮਾਰ ਕਟਾਈ ਕਰਦੇ। ਕਿੰਨੇ ਕਠੋਰ ਹਿਰਦੇ ਹੋਣਗੇ ਉਹ ਲੋਕ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਹੀ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਹੈ, ਜਾਂ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਨੂੰ ਹੀ ਬਿਰਧ ਆਸ਼ਰਮ ਵਿੱਚ ਭੇਜ ਦਿੱਤਾ ਹੈ। ਕਿੰਨੇ ਕਠੋਰ ਹੋਣਗੇ ਉਹ ਭਰਾ, ਜਿਨ੍ਹਾਂ ਨੇ ਭਰਾਵਾਂ ਨੂੰ ਕੁਛ ਪੈਲੀ ਕਰਕੇ, ਪੈਸੇ ਕਰਕੇ ਕਤਲ ਕਰ ਦਿੱਤਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਿਉਂਕਿ ਉਹ ਟੁੱਟੇ ਨੇ ਸਿਸਟਮ ਨਾਲੋਂ, ਉਹ ਟੁੱਟੇ ਨੇ ਸੱਚ ਨਾਲੋਂ। ਉਹਨਾਂ ਨੇ ਨਹੀਂ ਸਮਝਿਆ ਰੱਬ ਦੀ ਇਸ ਕੁਦਰਤ ਨੂੰ, ਰੱਬ ਦੇ ਹੁਕਮ ਨੂੰ, ਰੱਬ ਦੇ ਨਾਮ ਨੂੰ, ਰੱਬ ਦੇ ਗੁਣਾਂ ਨੂੰ। ਇਹੋ ਜਿਹਾ ਨਾਮ ਹੈ ਰੱਬ ਦਾ, ਇਹੋ ਜਿਹਾ ਹੁਕਮ ਹੈ ਰੱਬ ਦਾ, ਜੇ ਕੋਈ ਮੰਨ ਲਵੇ ਤਾਂ ਉਹ ਇੰਨਾ ਮਹਾਨ ਹੋ ਜਾਂਦਾ। ਕਿੰਨਾ ਮਹਾਨ ਕਿ ਕੋਈ ਰੁਕਾਵਟ ਉਹਨੂੰ ਆਤਮਿਕ ਜੀਵਨ ਤੇ ਤੁਰਨ ਤੋਂ ਰੋਕ ਨਹੀਂ ਸਕਦੀ। ਉਹਨੂੰ ਇਸ ਦੁਨੀਆ ਵਿੱਚ ਮਾਣ, ਇੱਜ਼ਤ ਔਰ ਸਤਿਕਾਰ ਮਿਲਦਾ ਹੈ। ਜੋ ਨਾਮ ਨੂੰ ਮੰਨਣ ਵਾਲਾ ਬੰਦਾ ਹੈ, ਉਹ ਭੇਖਾਂ ਦੇ ਰਾਸਤੇ ਉੱਤੇ, ਮਜ਼ਹਬਾਂ ਦੇ ਰਾਹਾਂ ਦੇ ਵਿੱਚ ਨਹੀਂ ਤੁਰਦਾ, ਉਹ ਭੇਖੀ ਨਹੀਂ ਹੁੰਦਾ। ਉਹਦਾ ਸੱਚ ਦੇ ਨਾਲ ਸਿੱਧਾ ਸੰਬੰਧ ਬਣ ਜਾਂਦਾ ਹੈ। ਪਰ ਕਿਵੇਂ ਹੋਏਗਾ? ਜੇ ਕੋ ਮਨ ਜਾਣੈ ਮਨ ਕੋਏ,
ਜੇ ਕੋਈ ਇਸ ਸੱਚ ਨੂੰ, ਗੁਰੂ ਦੀ ਸਿੱਖਿਆ ਨੂੰ, ਰੱਬ ਦੀ ਰਜ਼ਾ ਭਾਣੇ ਨੂੰ ਆਪਣੇ ਮਨ ਦੇ ਅੰਦਰ ਮਨਨ ਕਰਨਾ ਜਾਣਦਾ ਹੋਵੇ, ਜੇ ਕੋਈ ਇਹਨੂੰ ਮੰਨ ਲਵੇ, ਜੇ ਕੋਈ ਅਮਲ ਕਰੇ ਤਾਂ ਇੰਨਾ ਮਹਾਨ ਹੈ। ਦੇਖੋ ਬਾਣੀ ਕਿੰਨੀ ਮਹਾਨ ਹੈ। ਜੇ ਅਸੀਂ ਚੀਜ਼ ਨੂੰ ਮੰਨ ਲਈਏ, ਹੁਣ ਇਹ ਗੱਲਾਂ ਸੁਣ ਕੇ ਕਿੰਨੀ ਖੁਸ਼ੀ ਹੋ ਰਹੀ ਹੈ ਨਾ, ਕਿ ਵਾਸਤਵ ਦੇ ਅੰਦਰ ਇਹ ਮਹਾਨਤਾ ਮਿਲ ਸਕਦੀ ਹੈ, ਐਸੀ ਦੁਨੀਆ ਹੋ ਸਕਦੀ ਹੈ। ਕਿੰਨੀ ਸ਼ਾਂਤੀ ਵਰਤਦੀ ਹੈ ਨਾ ਗੱਲਾਂ ਕਰਕੇ ਔਰ ਸੁਣ ਕੇ। ਤੇ ਜੇ ਇਹਨਾਂ ਚੀਜ਼ਾਂ ਤੇ ਅਮਲ ਕਰ ਲਿਆ ਜਾਏ ਤਾਂ ਉਸ ਮਨੁੱਖ ਦਾ ਜੀਵਨ ਕਿੰਨਾ ਮਹਾਨ ਹੋ ਜਾਏਗਾ, ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਇਸ ਲਈ ਅਸੀਂ ਕਲਾਸ ਵਿੱਚ ਆ ਰਹੇ ਹਾਂ, ਸਾਰੇ ਵੀਰ ਭੈਣਾਂ, ਮੈਂ ਵੀ, ਤੁਸੀਂ ਵੀ, ਅਸੀਂ ਸਾਰੇ ਗੁਰੂ ਦੇ ਬੱਚੇ ਹਾਂ। ਉਮਰ ਕਰਕੇ ਕੋਈ ਵੱਡਾ ਹੈ, ਕੋਈ 4 ਸਾਲ ਛੋਟਾ ਹੈ, ਉਮਰ ਦੇ ਹਿਸਾਬ ਨਾਲ ਇੱਕ ਦੂਜੇ ਨਾਲ ਪਿਆਰ ਸਤਿਕਾਰ ਕਰਨਾ ਹਰ ਇੱਕ ਦਾ ਫਰਜ਼ ਬਣਦਾ ਹੈ। ਵੈਸੇ ਅਸੀਂ ਇੱਕੋ ਹੀ ਹਾਂ ਸਾਰੇ, ਕੋਈ ਉੱਚਾ ਨੀਵਾਂ ਨਹੀਂ ਹੈ। ਅਸੀਂ ਸਾਰਿਆਂ ਨੇ ਇਸ ਲੈਵਲ ਦਾ ਜੀਵਨ ਬਣਾਉਣ ਦਾ ਯਤਨ ਕਰਨਾ ਹੈ। ਅਸੀਂ ਰੋਲ ਮਾਡਲ ਬਣਨ ਦਾ ਯਤਨ ਕਰਨਾ ਹੈ। ਅਸੀਂ ਆਪਣੇ ਆਪ ਨੂੰ ਐਸਾ ਮਹਾਨ ਬਣਾਉਣ ਦਾ ਯਤਨ ਕਰਨਾ ਹੈ, ਔਰ ਐਸਾ ਮਹਾਨ ਹੋਇਆ ਜਾ ਸਕਦਾ ਹੈ। ਇਹ ਇੰਪੋਸੀਬਲ ਨਹੀਂ ਹੈ, ਇਹ ਪੋਸੀਬਲ ਹੈ। ਲੇਕਿਨ ਜੇ ਕੋਈ ਮੰਨਣਾ ਚਾਹੇ ਤਾਂ ਅਗਲਾ ਬਚਨ ਗੁਰਦੇਵ ਪਾਤਸ਼ਾਹ ਕਰਦੇ ਨੇ, ਮੰਨੈ ਪਾਵਹਿ ਮੋਖ ਦੁਆਰ। ਇੱਥੇ ਜੇ ਇੱਕ ਦੀ ਗੱਲ ਹੁੰਦੀ ਨਾ ਤਾਂ ਫਿਰ ਸ਼ਬਦ ਹੋਣਾ ਸੀ ਪਾਵਹਿ, ਪੱਪੇ ਨਾਲ ਕੰਨਾ, ਵਵੇ ਨਾਲ ਦੁਲਾਵਾਂ। ਲੇਕਿਨ ਇੱਥੇ ਪੱਪੇ ਨਾਲ ਕੰਨਾ, ਵੱਵਾ ਔਰ ਹਾਹੇ ਨਾਲ ਸਿਹਾਰੀ ਹੈ, ਤੇ ਪਾਣਾ ਕਿਰਿਆਵਾਚੀ ਸ਼ਬਦ ਹੈ। ਜਦੋਂ ਵੀ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਅੱਖਰ ਹਾਹੇ ਦੇ ਨਾਲ ਸਿਹਾਰੀ ਲੱਗੀ ਹੋਵੇ ਤਾਂ ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ, ਔਰ ਉਸ ਦੇ ਨਾਲ ਬਿੰਦੀ ਦਾ ਉਚਾਰਨ ਕਰਨਾ ਹੁੰਦਾ ਹੈ। ਇਹਦਾ ਪਾਠ ਹੋਏਗਾ, ਮੰਨੈ ਪਾਵਹਿ ਮੋਖ ਦੁਆਰ। ਮੋਖ ਦੁਆਰ ਦਾ ਮਤਲਬ ਮੋਕਸ਼ ਦਾ ਰਾਸਤਾ, ਮੁਕਤੀ, ਮੁਕਤੀ ਦਾ ਦਰ। ਯਾਨੀ ਮਨਨ ਕਰਕੇ ਲੋਕ ਮੁਕਤੀ ਦਾ ਰਾਹ ਪਾ ਲੈਂਦੇ ਨੇ, ਮੁਕਤੀ ਦਾ ਦਰ ਪਾ ਲੈਂਦੇ ਨੇ, ਮੁਕਤ ਹੋ ਜਾਂਦੇ। ਹੁਣ ਮੁਕਤ ਕੌਣ ਹੈ? ਸਾਡੀ ਹਰ ਸ਼ੈ ਨੂੰ ਮਰਨ ਤੋਂ ਬਾਅਦ ਜੋੜਿਆ ਗਿਆ। ਕੋਈ ਮਰਨ ਤੋਂ ਬਾਅਦ ਮੁਕਤੀ ਮਿਲੇਗੀ, ਮਰਨ ਤੋਂ ਬਾਅਦ ਸਵਰਗ ਮਿਲੇਗਾ। ਇੱਥੇ ਦਾਨ ਦਿਓ, ਤੁਹਾਨੂੰ ਅੱਗੇ 70 ਗੁਣਾ ਮਿਲਣਗੇ, ਕਹਿੰਦੇ ਨੇ ਨਾ। ਤੇ ਕਿਸੇ ਦਾਨ ਦੇਣ ਵਾਲੇ, ਕਹਿਣ ਵਾਲੇ ਪੁਜਾਰੀ ਨੂੰ ਕਹੋ ਵੀ ਏਦਾਂ ਕਰੋ ਵੀ ਭਾਈ ਜੀ ਤੁਸੀਂ ਸਾਨੂੰ 10,000 ਰੁਪਇਆ ਦੇ ਦਿਓ, ਅੱਗੇ ਤੁਹਾਨੂੰ 70,000 ਮਿਲ ਜਾਏਗਾ, ਅੱਗੇ 70,000 ਮਿਲ ਜਾਏਗਾ, 7 ਲੱਖ ਮਿਲ ਜਾਏਗਾ। ਹੁਣ ਤੁਸੀਂ ਸਾਨੂੰ 1000 ਦਿਓ, ਤੁਹਾਨੂੰ ਅੱਗੇ 70,000 ਮਿਲ ਜਾਏਗਾ। ਲੇਕਿਨ ਐਵੇਂ ਕਦੀ ਕਿਸੇ ਨੇ ਕੀਤਾ? ਕਿਸੇ ਪੁਜਾਰੀ ਨੂੰ, ਮੇਰੇ ਵਰਗੇ ਭਾਈ ਨੂੰ ਕਹੋ ਵੀ ਭਾਈ ਜੀ ਸਾਨੂੰ ਰੋਜ਼ ਪਰੌਂਠੇ ਖਵਾਇਆ ਕਰੋ, ਅੱਗੇ ਜਾਓਗੇ ਤੁਹਾਨੂੰ ਪਰੌਂਠਿਆਂ ਦਾ ਢੇਰ ਮਿਲੇਗਾ, ਖੀਰ ਮਿਲੇਗੀ, ਕੜਾਹ ਮਿਲਣਗੇ, ਗੁਲਾਬ ਜਾਮਨ, ਰਸਗੁੱਲੇ, ਬਰਫੀ, ਪਕੌੜੇ, ਪੀਜ਼ੇ, ਬਰਗਰ, ਕੋਈ ਤੁਹਾਨੂੰ ਅੱਗੇ 70 ਗੁਣਾ ਮਿਲਣਗੇ। ਸਾਨੂੰ ਇਹ ਕੋਠੀ ਦਾਨ ਕਰ ਦਿਓ, ਤੁਹਾਨੂੰ ਅੱਗੇ 70 ਕੋਠੀਆਂ ਮਿਲ ਜਾਣਗੀਆਂ। ਕਦੇ ਕਿਸੇ ਪੁਜਾਰੀ ਨੇ ਦਾਨ ਕੀਤਾ? ਉਹਨਾਂ ਨੂੰ ਪਤਾ ਹੈ ਅੱਗੇ ਨਹੀਂ ਮਿਲਣਾ। ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ। ਹੁਣ ਤੁਹਾਨੂੰ ਕੋਈ ਕਵੇ ਵੀ ਏਦਾਂ ਕਰੋ, ਤੁਸੀਂ ਜ਼ਮੀਨ ਦੀ ਰਜਿਸਟਰੀ ਕਰਾ ਦਿਓ ਤੇ ਪੈਸੇ ਤੁਹਾਨੂੰ 10 ਸਾਲ ਬਾਅਦ ਦੇ ਦਿਆਂਗੇ। ਕੋਠੀ ਦਾ ਕਬਜ਼ਾ ਅੱਜ ਦੇ ਦਿਓ, ਰਜਿਸਟਰੀ ਸਾਡੇ ਨਾਲ ਕਰਾ ਦਿਓ ਤੇ ਪੈਸੇ 10 ਸਾਲ ਬਾਅਦ ਕੋਈ ਕਰੇਗਾ ਐਵੇਂ? ਜਾਂ ਇੰਜ ਕਵੇ ਵੀ ਏਦਾਂ ਕਰੋ ਵੀ ਆ ਕੋਠੀ ਸਾਨੂੰ ਦੇ ਦਿਓ, ਕਰੋੜ ਦੀ ਕੋਠੀ, ਤੇ ਮਰਨ ਤੋਂ ਬਾਅਦ ਫਿਰ ਸਵਰਗ ਵਿੱਚ ਦੇ ਦਿਆਂਗੇ, ਨਾਲੇ ਤੁਹਾਡੇ ਕਰੋੜ ਕੰਮ ਆਏਗਾ। ਐਵੇਂ ਨਹੀਂ ਨਾ ਹੁੰਦਾ। ਤੇ ਕੰਮ ਚੰਗੇ ਇੱਥੇ ਕਰੋ ਤੇ ਅੱਗੇ ਮੁਕਤੀ ਮਿਲੇ। ਬਾਣੀ ਏਡੀ ਸਸਤੀ ਕਰ ਦਿੱਤੀ। ਰੋਟੀ ਹੁਣ ਖਾਓ, ਭੁੱਖ ਹੁਣੇ ਮਿਟ ਜਾਂਦੀ ਹੈ। ਪਾਣੀ ਹੁਣ ਪੀਓ, ਪਿਆਸ ਹੁਣੇ ਮਿਟ ਜਾਂਦੀ ਹੈ। ਤੇ ਜੇ ਹੁਣ ਤੁਹਾਨੂੰ ਕੋਈ ਕਵੇ ਵੀ ਸ਼ਰਬਤ ਬਣਿਆ ਹੈ ਤੇ ਪਿਆਸ ਤੁਹਾਨੂੰ ਲੱਗੀ ਹੈ, ਸ਼ਰਬਤ ਹੁਣ ਪੀ ਲਓ ਤੇ ਪਿਆਸ ਤੁਹਾਡੀ 15 ਦਿਨ ਬਾਅਦ ਮਿਟੇਗੀ, ਤੇ 15 ਦਿਨ ਦੇ ਬੰਦਾ ਵੈਸੇ ਹੀ ਮਰ ਜਾਏਗਾ ਨਾ। ਪਰੌਂਠੇ ਹੁਣ ਖਾ ਲਓ, ਆ ਮੂਲੀ ਗੋਭੀ ਵਾਲੇ ਬਣੇ ਨੇ ਬੜੇ ਵਧੀਆ, ਤੇ ਭੁੱਖ ਮਹੀਨੇ ਬਾਅਦ ਮਿਟੇਗੀ। ਉਹਨਾਂ ਕਹਿਣਾ ਬੇਵਕੂਫ ਹੈ। ਹੁਣ ਰੋਟੀ ਹੁਣ ਖਾਓ, ਭੁੱਖ ਹੁਣੇ ਮਿਟਦੀ ਹੈ। ਪਾਣੀ ਹੁਣ ਪੀਓ, ਪਿਆਸ ਹੁਣੇ ਮਿਟਦੀ ਹੈ। ਤੇ ਬਾਣੀ ਹੁਣ ਪੜ੍ਹੋ, ਚੰਗੇ ਕੰਮ ਹੁਣ ਕਰੋ, ਗੁਰੂ ਦੀ ਸਿੱਖਿਆ ਤੇ ਹੁਣ ਚੱਲੋ, ਤੇ ਮੁਕਤੀ ਮਰਨ ਤੋਂ ਬਾਅਦ ਮਿਲੇ। ਬਾਣੀ ਸਾਡੀ ਤੇ ਰੋਟੀ ਨਾਲੋਂ ਵੀ ਸਸਤੀ। ਐਵੇਂ ਨਹੀਂ ਹੁੰਦਾ, ਮੁਕਤੀ ਨਾਲ ਦੇ ਨਾਲ ਮਿਲੇਗੀ, ਇੱਥੇ ਹੀ ਮਿਲੇਗੀ। ਮੁਕਤੀ ਦਾ ਦਰ, ਦੁਆਰ, ਰਾਹ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਮੁਕਤੀ ਕੀ ਹੈ। ਮੁਕਤੀ ਇਹੀ ਹੈ, ਉਸਤਤ ਨਿੰਦਿਆ ਨਾਹੀਂ ਜਿਹੇ,
कंचन लोहो समान कहो नानक सुन रे मना मुकत ताहे तै जान। ਜਿਹੜਾ ਕਿਸੇ ਦੀ ਵਧ ਕੋਈ ਨਹੀਂ ਕਰਦਾ, ਜਿਹੜਾ ਕਿਸੇ ਦੀ ਝੂਠੀ ਚਾਪਲੂਸੀ ਵੀ ਨਹੀਂ ਕਰਦਾ, ਜੋ ਸੱਚ ਬੋਲਦਾ ਹੈ, ਸੱਚੇ ਕਰਮ ਕਰਦਾ ਹੈ, ਬੇਗਾਨਾ ਹੱਕ ਨਹੀਂ ਖਾਂਦਾ, ਉਹ ਬੰਦਾ ਮੁਕਤ ਹੈ। ਯਾਨੀ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ, ਲੜਾਈਆਂ ਝਗੜੇ ਦੰਗੇ ਫਸਾਦਾਂ ਤੋਂ ਖਲਾਸੀ ਹੋ ਜਾਂਦੀ ਹੈ, ਈਰਸ਼ਾ ਦਵੇਸ਼ ਤੋਂ ਖਲਾਸੀ ਹੋ ਜਾਂਦੀ ਹੈ, ਉਹਦੇ ਚਿੰਤਾ ਫਿਕਰ ਮੁੱਕ ਜਾਂਦੇ ਨੇ, ਉਹ ਵਿਕਾਰਾਂ ਤੋਂ ਖਲਾਸੀ ਪਾ ਲੈਂਦਾ ਹੈ। ਕੌਣ? ਜੋ ਵੀ ਮੰਨਦਾ ਹੈ। ਮੰਨੇ ਪਾਵੇਂ ਮੋਖ ਦੁਆਰ, ਜੋ ਵੀ ਮਨਨ ਕਰਦੇ ਨੇ ਉਹ ਮੁਕਤੀ ਦਾ ਦਰ ਹਾਸਲ ਕਰ ਲੈਂਦੇ ਨੇ। ਮੰਨੇ ਪਰਵਾਰੈ ਸਾਧਾਰ, ਸਾਧਾਰ ਦਾ ਮਤਲਬ ਆਸਰੇ ਸਹਿਤ, ਪਰਿਵਾਰੇ ਦਾ ਮਤਲਬ ਆਪਣੇ ਪਰਿਵਾਰ ਨੂੰ, ਨਾਮ ਨੂੰ, ਹੁਕਮ ਨੂੰ ਮਨਨ ਕਰਕੇ ਬੰਦਾ ਆਪਣੇ ਪਰਿਵਾਰ ਨੂੰ ਵੀ ਆਸਰਾ ਦਿੰਦਾ ਹੈ। ਇਹ ਮੁਕਤੀ ਵਾਲਾ ਆਸਰਾ, ਸੱਚ ਦਾ ਆਸਰਾ ਆਪਣੇ ਪਰਿਵਾਰ ਨੂੰ ਵੀ ਦਿੰਦਾ ਹੈ, ਆਪਣੇ ਪਰਿਵਾਰ ਨੂੰ ਵੀ ਉਹ ਪਾਰ ਕਰ ਲੈਂਦਾ ਹੈ, ਆਪਣੇ ਪਰਿਵਾਰ ਨੂੰ ਵੀ ਵਿਕਾਰਾਂ ਤੋਂ ਖਲਾਸੀ ਦਵਾ ਦਿੰਦਾ ਹੈ। ਉਹ ਆਪਣੇ ਪਰਿਵਾਰ ਨੂੰ, ਸੰਗੀਆਂ ਸਾਥੀਆਂ ਨੂੰ ਵੀ ਦੱਸਦਾ ਹੈ ਕਿ ਪਿਆਰਿਓ ਆਹ ਰਾਸਤਾ ਬੜਾ ਚੰਗਾ ਜੇ, ਬਾਣੀ ਆਪ ਪੜੋ। ਉਹ ਕਹੇਗਾ ਬਾਣੀ ਆਪ ਪੜੋ, ਬਾਣੀ ਨੂੰ ਵਿਚਾਰੋ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੋ, ਬੜਾ ਸੌਖਾ ਜੇ। ਇੱਥੇ ਨਾ ਫੈਸ਼ਨ ਪ੍ਰਸਤੀ ਦੀ ਲੋੜ ਹੈ, ਇੱਥੇ ਨਾ ਫੂ ਫੂ ਹੰਕਾਰ ਦੀ ਲੋੜ ਹੈ, ਇੱਥੇ ਨਾ ਕਰਮ ਕਾਂਡਾਂ ਦੀ ਲੋੜ ਹੈ, ਨਾ ਇੱਥੇ ਮਾਲਾ ਫੇਰਨੀ ਪੈਣੀ, ਨਾ ਸਮਾਧੀਆਂ ਲਾਣੀਆਂ ਪੈਣੀਆਂ, ਨਾ ਤੀਰਥਾਂ ਤੇ ਜਾਣਾ ਪੈਣਾ। ਕੇਵਲ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਬਿਤਾਣੀ ਹੈ ਤੇ ਜੀਵਨ ਮੁਕਤ ਹੋ ਜਾਓਗੇ, ਰੱਬ ਵਰਗੇ ਹੋ ਜਾਓਗੇ, ਸਚਿਆਰ ਹੋ ਜਾਓਗੇ। ਹੁਕਮ ਰਜਾਈ ਚੱਲਣਾ, ਹੁਕਮ ਰਜਾ ਵਿੱਚ ਤੁਰੋਗੇ, ਕੂੜ ਦੀਆਂ ਦੀਵਾਰਾਂ ਟੁੱਟ ਜਾਣਗੀਆਂ। ਹੁਕਮ ਰਜਾ ਵਿੱਚ ਤੁਰੋਗੇ, ਸਚਿਆਰ ਹੋ ਜਾਓਗੇ। ਹੁਕਮ ਰਜਾ ਵਿੱਚ ਤੁਰੋਗੇ, ਸੁਖੀ ਔਰ ਸ਼ਾਂਤ ਹੋ ਜਾਓਗੇ। ਹੁਕਮ ਰਜਾ ਵਿੱਚ ਤੁਰੋਗੇ, ਮਾਨ ਆਦਰ ਸਤਿਕਾਰ ਪਾਓਗੇ। ਹੁਕਮ ਰਜਾ ਵਿੱਚ ਤੁਰੋਗੇ, ਪਰਿਵਾਰ ਤੁਹਾਡੇ ਸਵਰਗ ਬਣ ਜਾਣਗੇ। ਹੁਕਮ ਰਜਾ ਵਿੱਚ ਤੁਰੋਗੇ, ਤੁਸੀਂ ਆਪ ਰੱਬ ਵਰਗੇ ਹੋ ਜਾਓ। ਅਖੀਰਲੇ ਬਚਨ ਕਰਦੇ ਨੇ, ਮੰਨੈ ਤਰੈ ਤਾਰੇ ਗੁਰ ਸਿੱਖ। ਹੁਣ ਇੱਥੇ ਗੁਰ ਸਿੱਖ ਜੋ ਸ਼ਬਦ ਲਿਖਿਆ ਨਾ, ਜਦੋਂ ਅਸੀਂ ਪੁਰਾਤਨ ਬੀੜਾਂ ਦਾ ਪਾਠ ਕਰਦੇ ਹਾਂ ਨਾ, ਤਾਂ ਉੱਥੇ ਗੁਰ ਦੇ ਰਾਰੇ ਥੱਲੇ ਔਂਕੜ ਨਹੀਂ ਹੈ। ਪੁਰਾਤਨ ਬੀੜਾਂ ਵਿੱਚ ਗੁਰ ਦੇ ਰਾਰੇ ਥੱਲੇ ਔਂਕੜ ਨਹੀਂ। ਔਰ ਕਿਉਂਕਿ ਇਹਦਾ ਕਈ ਨਾ ਲੋਕ ਅਰਥ ਕਰ ਲੈਂਦੇ ਨੇ, ਕੱਢ ਲੈਂਦੇ ਨੇ ਵੀ ਬਾਣੀ ਵਿੱਚ ਗਲਤੀਆਂ ਕੱਢੀਆਂ ਜਾ ਰਹੀਆਂ ਨੇ। ਐਸਾ ਨਹੀਂ ਹੈ, ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਿੰਟਿੰਗ ਪ੍ਰੈਸ ਵਿੱਚ ਪ੍ਰਿੰਟ ਕੀਤਾ ਗਿਆ ਨਾ, ਤਾਂ ਉਦੋਂ ਕੁਝ ਗਲਤੀਆਂ ਪ੍ਰਿੰਟਿੰਗ ਪ੍ਰੈਸ ਤੋਂ ਹੋਈਆਂ ਨੇ। ਤਾਂ ਇੱਥੇ ਗੁਰ ਦੇ ਰਾਰੇ ਥੱਲੇ ਔਂਕੜ ਨਹੀਂ ਚਾਹੀਦਾ। ਇਹਦਾ ਅਰਥ ਹੋਏਗਾ ਗੁਰੂ ਦੀ ਸਿੱਖਿਆ। ਜੇ ਗੁਰ ਦੇ ਰਾਰੇ ਥੱਲੇ ਔਂਕੜ ਹੋਏ, ਸਿੱਖ ਦੇ ਖੱਖੇ ਥੱਲੇ ਔਂਕੜ ਨਾ ਹੋਏ, ਗੁਰ ਸ਼ਬਦ ਇੱਕ ਵਚਨੀ ਹੋ ਜਾਏਗਾ, ਸਿੱਖ ਸ਼ਬਦ ਬਹੁਵਚਨੀ ਹੋ ਜਾਏਗਾ। ਤੇ ਇਸ ਦਾ ਅਰਥ ਐਵੇਂ ਹੋਵੇਗਾ ਕਿ ਮਨਨ ਕਰਕੇ ਗੁਰੂ ਆਪ ਕਰਦਾ ਹੈ ਤੇ ਸਿੱਖਾਂ ਨੂੰ ਉਤਾਰਦਾ ਹੈ। ਜਿਵੇਂ ਭਾਈ ਸਾਹਿਬ ਸਿੰਘ ਜੀ ਨੇ ਵੀ ਅਰਥ ਐਵੇਂ ਕੀਤੇ ਨੇ, ਹੋਰ ਵੀ ਵਿਦਵਾਨਾਂ ਨੇ। ਪਰ ਗੁਰੂ ਤੇ ਆਪ ਹੀ ਤਰਿਆ ਹੁੰਦਾ, ਗੁਰੂ ਤੇ ਰੱਬ ਦਾ ਰੂਪ ਪਹਿਲਾਂ ਹੀ। ਗੁਰ ਪਰਮੇਸ਼ਰ ਏਕੋ ਜਾਨ। ਗੁਰੂ ਨਾਨਕ ਦੇਵ ਜੀ ਤੇ ਆਪ ਤਰੇ ਹੀ ਹੋਏ ਨੇ, ਪਹਿਲਾਂ ਹੀ ਤਰੇ ਹੋਏ ਨੇ। ਤਾਂ ਇਹਦਾ ਅਰਥ ਹੈਗਾ ਮੰਨਣ ਦਾ ਮਤਲਬ ਮਨਨ ਕਰਕੇ। ਕਿਹਨੂੰ ਮੰਨਣਾ ਹੈ? ਗੁਰਸਿੱਖ। ਇੱਥੇ ਸਿੱਖ ਸ਼ਬਦ ਫੀਮੇਲ ਜੈਂਡਰ ਹੈ, ਕਿਉਂਕਿ ਜਦੋਂ ਕਿਸੇ ਮੇਲ ਜੈਂਡਰ ਨੂੰ ਫੀਮੇਲ ਜੈਂਡਰ ਬਣਾਇਆ ਜਾਂਦਾ ਹੈ ਤਾਂ ਉਹਦਾ ਅਖੀਰਲਾ ਔਂਕੜ ਉਤਾਰਿਆ ਜਾਂਦਾ ਹੈ। ਇੱਥੇ ਸਿੱਖ ਸ਼ਬਦ ਸਿੱਖਾਂ ਵਾਸਤੇ ਨਹੀਂ ਹੈ, ਸਿੱਖਿਆ ਵਾਸਤੇ ਹੈ। ਗੁਰਸਿੱਖ ਦਾ ਮਤਲਬ ਗੁਰੂ ਦੀ ਸਿੱਖਿਆ। ਗੁਰੂ ਦੀ ਸਿੱਖਿਆ ਨੂੰ ਮਨਨ ਕਰਕੇ ਤਰੇ ਤਾਰੇ ਦਾ ਮਤਲਬ ਬੰਦਾ ਆਪ ਵੀ ਤਰਦਾ ਹੈ ਤੇ ਹੋਰਨਾਂ ਨੂੰ ਵੀ ਤਾਰਦਾ ਹੈ। ਗੁਰੂ ਦੀ ਸਿੱਖਿਆ ਨੂੰ ਮਨਨ ਕਰਕੇ ਮਨੁੱਖ ਆਪ ਵੀ ਤਰਦਾ ਹੈ, ਹੋਰਨਾਂ ਨੂੰ ਵੀ ਤਾਰਦਾ ਹੈ, ਕਿਉਂਕਿ ਉਹਨੇ ਅੱਗੇ ਉਪਦੇਸ਼ ਕਰਨਾ ਹੈ, ਪ੍ਰਚਾਰ ਕਰਨਾ ਹੈ, ਲੋਕਾਂ ਨੂੰ ਦੱਸਣਾ ਹੈ ਕਿ ਪਿਆਰਿਓ ਗੁਰੂ ਦੀ ਪਾਵਨ ਬਾਣੀ ਨਾਲ ਜੁੜੋਗੇ, ਗੁਰੂ ਦੀ ਸਿੱਖਿਆ ਦੇ ਨਾਲ ਜੁੜੋਗੇ ਤੇ ਇਹਨਾਂ ਵਿਕਾਰਾਂ ਤੋਂ ਬਚ ਜਾਓਗੇ। ਜਦੋਂ ਕੋਈ ਕਹੇਗਾ ਨਾ ਕਿ ਸਾਡੇ ਘਰ ਕਲ-ਕਲ ਹੈ, ਤਾਂ ਜਿਹੜਾ ਆਪ ਤਰਿਆ ਹੈ ਉਹ ਕਹੇਗਾ ਪਿਆਰਿਓ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੋ, ਇਹ ਕਲ-ਕਲ ਮੁੱਕ ਜਾਏਗੀ। ਮੈਂ ਮਾਨਸਿਕ ਪਰੇਸ਼ਾਨ ਹਾਂ, ਤਾਂ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ, ਤੇਰੀ ਮਾਨਸਿਕ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਸਾਡੇ ਘਰ ਦੇ ਅੰਦਰ ਬਰਕਤ ਨਹੀਂ ਹੈ, ਤਾਂ ਬਾਣੀ ਮੁਤਾਬਕ ਜ਼ਿੰਦਗੀ ਜੀ, ਤੈਨੂੰ ਗਿਆਨ ਮਿਲੇਗਾ, ਤੂੰ ਆਪਣਾ ਬਜਟ ਠੀਕ ਬਣਾਏਗਾ,
ਆਪਣੇ ਖਰਚਿਆਂ ਦੇ ਉੱਤੇ ਕੰਟਰੋਲ ਕਰੇਗਾ ਤੇ ਤੇਰੇ ਘਰ ਵਿੱਚ ਵੀ ਬਚਤ ਹੋ ਜਾਏਗੀ। ਰੱਬ ਨਾਲ ਮਿਲਾਪ ਨਹੀਂ ਹੋ ਰਿਹਾ ਤਾਂ ਪਿਆਰਿਆ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ ਜੋ ਅੰਦਰ ਹੋਮੇ ਦੀ ਦੀਵਾਰ ਬਣੀ ਹੈ ਢਹਿ ਜਾਏਗੀ, ਵਖਰੇਵਾਂ ਖਤਮ ਹੋ ਜਾਏਗਾ, ਰੱਬ ਰੂਪ ਹੋ ਜਾਏਗਾ। ਤਾਂ ਮਨਨ ਕਰਕੇ ਜੋ ਗੁਰੂ ਦੀ ਸਿੱਖਿਆ ਨੂੰ ਮੰਨਦੇ ਨੇ ਉਹ ਆਪ ਵੀ ਬੰਦਾ ਤਰਦਾ ਹੈ ਤੇ ਦੂਜਿਆਂ ਨੂੰ ਵੀ ਤਾਰਦਾ ਹੈ। ਹੁਣ ਦੇਖੋ ਸਾਨੂੰ ਇਥੋਂ ਕੀ ਸਿੱਖਿਆ ਮਿਲ ਰਹੀ ਹੈ। ਜੋ ਅਸੀਂ ਕਲਾਸ ਵਿੱਚ ਵੀਰ ਭੈਣਾਂ ਬੈਠੇ ਵਿਚਾਰ ਰਹੇ ਹਾਂ ਤਾਂ ਅਸੀਂ ਗੁਰੂ ਦੀ ਸਿੱਖਿਆ ਨੂੰ ਆਪ ਮੰਨਣਾ ਹੈ, ਇਹਦੇ ਤੇ ਅਮਲ ਕਰਨਾ ਹੈ, ਇਹੋ ਜਿਹੀ ਜ਼ਿੰਦਗੀ ਬਣਾਣੀ ਹੈ। ਅਸੀਂ ਸਾਰਿਆਂ ਨੇ ਵਾਅਦਾ ਕਰਨਾ ਹੈ, ਇੱਕ ਦੂਜੇ ਨਾਲ ਪ੍ਰੋਮਿਸ ਕਰਨੀ ਹੈ, ਸਾਰੀਆਂ ਭੈਣਾਂ ਵੀਰਾਂ ਨੇ ਇੱਕ ਦੂਜੇ ਨਾਲ, ਕਿ ਅਸੀਂ ਇਹੋ ਜਿਹੀ ਜ਼ਿੰਦਗੀ ਆਪ ਬਣਾਵਾਂਗੇ। ਆਪ ਤਰ ਗਏ ਤੇ ਫਿਰ ਅਸੀਂ ਆਪਣੇ ਪਰਿਵਾਰ ਨੂੰ ਵੀ ਆਸਰਾ ਦਿਆਂਗੇ। ਸਾਡੀਆਂ ਧੀਆਂ ਨੇ, ਸਾਡੇ ਬੱਚੇ ਨੇ, ਨੂੰਹਾਂ ਨੇ, ਪੁੱਤਰ ਨੇ, ਪੋਤਰੀਆਂ, ਪੋਤਰੇ, ਦੋਤਰੇ ਨੇ, ਰਿਸ਼ਤੇਦਾਰ, ਸੱਜਣ ਮਿੱਤਰ ਨੇ, ਜਿੱਥੇ ਅਸੀਂ ਜਾਵਾਂਗੇ ਉੱਥੇ ਵੀ ਸਲਾਹ ਦਿਆਂਗੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਨੂੰ ਵੀ ਸਿੱਖਿਆ ਦਿਆਂਗੇ, ਪ੍ਰੇਰਨਾ ਦਿਆਂਗੇ। ਜਿਹੜਾ ਫਿਰ ਜੁੜ ਜਾਏਗਾ ਉਹਦਾ ਵੀ ਪਾਰ ਉਤਾਰਾ ਹੋਊਗਾ। ਤਾਂ ਗੁਰੂ ਦੀ ਸਿੱਖਿਆ ਮੰਨਣ ਕਰਕੇ ਆਪ ਬੰਦਾ ਤਰਦਾ ਹੈ, ਦੂਜਿਆਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ। ਗੁਰੂ ਜੀ ਦਾ ਪਾਵਨ ਬਚਨ, ਜਨ ਨਾਨਕ ਧੂਰ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਇਹੀ ਹੈ ਨਾਮ ਜਪਾਉਣਾ, ਗੁਰੂ ਦੀ ਬਾਣੀ ਦੇ ਨਾਲ ਆਪ ਜੁੜਨਾ, ਦੂਜਿਆਂ ਨੂੰ ਸੱਚ ਦੇ ਨਾਲ ਜੋੜਨਾ। ਤਾਂ ਅਸੀਂ ਸਾਰੇ ਵੀਰਾਂ ਭੈਣਾਂ ਨੇ ਐਵੇਂ ਦੇ ਬਣਨਾ ਹੈ, ਇਹ ਸਾਡਾ ਗੋਲ ਹੈ। ਔਰ ਅੱਗੇ ਲੋਕਾਂ ਨੂੰ ਐਸੇ ਬਣਨ ਦੀ ਪ੍ਰੇਰਨਾ ਦੇਣੀ ਹੈ। ਮੰਨੈ ਨਾਨਕ ਭਵੈ ਨਾ ਭਿਖ, ਮੰਨੈ ਵੱਖਰਾ ਪੜਨਾ, ਨਾਨਕ ਵੱਖਰਾ ਪੜਨਾ, ਭਵੇ ਨਾ ਭੇਖੇ ਨੂੰ ਵੱਖਰਾ ਕਰਨਾ। ਮੰਨੈ ਨਾਨਕ ਭਵੈ ਨਾ ਭਿਖ, ਭਵੇਂ ਦਾ ਮਤਲਬ ਪਾਉਂਦੇ ਨਹੀਂ, ਭਿਖ ਦਾ ਮਤਲਬ ਭੀਖ ਵਾਸਤੇ। ਜੋ ਗੁਰੂ ਦੀ ਪਾਵਨ ਬਾਣੀ ਨੂੰ ਮੰਨਦਾ ਹੈ ਉਹ ਭਿੱਖਿਆ ਵਾਸਤੇ ਨਹੀਂ ਫਿਰਦਾ, ਭੀਖ ਨਹੀਂ ਮੰਗਦਾ ਫਿਰਦਾ ਦਰ ਦਰ ਤੇ। ਭੀਖ ਕਿਹੜੀ ਹੈ? ਕਈਆਂ ਨੇ ਪੀਰਾਂ ਤੇ ਸੁਖਣਾ ਸੁਖੀਆਂ ਨੇ, ਬਾਬਾ ਮੈਂ ਇੱਥੇ ਰੋਟ ਪਕਾਵਾਂਗਾ ਮੈਨੂੰ ਟਰੈਕਟਰ ਮਿਲ ਜਾਏ। ਕਿਸੇ ਨੇ ਬਾਬਿਆਂ ਦੇ ਡੇਰੇ ਤੇ ਸੁਖਣਾ ਸੁਖੀ ਹੈ, ਕਿਤੇ ਨਾ ਕਿਤੇ ਥਾਂ ਥਾਂ ਤੇ ਲੋਕ ਮੰਗਦੇ ਫਿਰਦੇ ਨੇ, ਸੁੱਖਾਂ ਵਾਸਤੇ ਪਰੇਸ਼ਾਨ ਹੋਏ ਫਿਰਦੇ ਨੇ। ਕੋਈ ਪੁੱਤਰਾਂ ਵਾਸਤੇ ਕਿਤੇ ਤੁਰਿਆ ਫਿਰਦਾ ਹੈ, ਕੋਈ ਕਿਤੇ ਤੁਰਿਆ। ਤਾਂ ਉਹ ਐਵੇਂ ਫਿਰ ਭੀਖ ਨਹੀਂ ਮੰਗਦੇ ਫਿਰਦੇ। ਅਸੀਂ ਦੇਖਦੇ ਹਾਂ ਜਿਨ੍ਹਾਂ ਕੋਲ ਤੁਸੀਂ ਮੰਗਣ ਜਾ ਰਹੇ ਹੋ ਉਹ ਤੁਹਾਡੇ ਤੋਂ ਵੱਡੇ ਮੰਗਤੇ ਨੇ। ਤੁਸੀਂ ਤੇ ਗਏ ਹੋ ਮੰਗਣ ਵਾਸਤੇ ਕਿ ਸਾਡਾ ਬੱਚਾ ਜਿਹੜਾ ਹੈ ਪੜ੍ਹਦਾ ਨਹੀਂ, ਬਾਬਾ ਜੀ ਕਿਰਪਾ ਕਰੋ, ਬੱਚੇ ਦੇ ਸਿਰ ਤੇ ਹੱਥ ਫੇਰੋ, ਆਸ਼ੀਰਵਾਦ ਦਿਓ ਕਿ ਬੱਚਾ ਪੜ੍ਹ ਜਾਏ। ਤੁਸੀਂ ਤੇ ਉਹ ਮੰਗਣ ਗਏ ਹੋ ਤੇ ਬਾਬਾ ਅੱਗੋਂ ਨਾਲ ਤੁਹਾਨੂੰ ਕਹਿੰਦਾ ਕਿ ਸਿੰਘਾ ਇੱਥੇ ਕਮਰੇ ਬਣਦੇ ਨੇ, ਇੱਕ ਕਮਰੇ ਦੀ ਸੇਵਾ ਤੇਰੀ ਨਾਲ ਹੁੰਦੇ। ਉਹ ਲੱਖ ਰੁਪਇਆ ਕਮਰੇ ਵਾਸਤੇ, ਤੇ ਜੇ ਉਹ ਲੱਖ ਉਹਨੂੰ ਦੇਣ ਦੀ ਬਜਾਏ ਕੋਈ 10,000 ਟਿਊਸ਼ਨ ਵਾਲੇ ਨੂੰ ਦਿੰਦੇ ਠੀਕ ਨਹੀਂ ਸੀ? ਬੱਚੇ ਨੂੰ ਥੋੜੀ ਸਿੱਖਿਆ ਦਿੰਦੇ, ਉਹਨੂੰ ਕੋਈ ਇਨਾਮ ਲੈ ਕੇ ਦਿੰਦੇ ਵੀ ਤੈਨੂੰ ਸਾਈਕਲ ਲੈ ਜਾਵਾਂਗੇ ਮੋਟੇ ਟਾਇਰਾਂ ਵਾਲਾ, ਤੈਨੂੰ ਹੋਰ ਕੋਈ ਖਿਡੌਣਾ ਲੈ ਦਾਂਗੇ, ਨਾਲੇ ਪੜ੍ਹਿਆ ਕਰ ਬੇਟਾ, ਤੈਨੂੰ ਚੰਗੇ ਕੱਪੜੇ ਲੈ ਕੇ ਦੇਵਾਂਗੇ, ਨਾਲ ਟਿਊਸ਼ਨ ਵਾਲਾ 10,000 ਚ ਕੰਮ ਚੱਲ ਜਾਣਾ ਸੀ, 90,000 ਬਚਣਾ ਸੀ। ਉਹ ਤੁਹਾਡੇ ਤੋਂ ਵੱਡੇ ਮੰਗਤੇ ਵੀ। ਗ੍ਰਸਤੀ ਅਸੀਂ ਕੀ ਮੰਗਨੇ ਆ ਕਿ ਬਾਬਾ ਕਿਰਪਾ ਕਰੋ ਸਾਨੂੰ ਟਰੈਕਟਰ ਮਿਲ ਜਾਏ, ਲੋੜ ਹੈ ਹੁਣ ਟਰੈਕਟਰ ਦੀ ਲੋੜ ਹੈ। ਅਸੀਂ ਟਰੈਕਟਰ ਮੰਗ ਰਹੇ ਹਾਂ ਤੇ ਸਾਨੂੰ ਕਿਹਾ ਜਾਂਦਾ ਤੁਸੀਂ ਗ੍ਰਸਤੀ ਮੋਹ ਮਾਇਆ ਚ ਫਸੇ ਹੋ। ਤੇ ਬਾਬਾ ਜੀ ਸਮਾਧੀ ਲਾ ਕੇ ਬੈਠੇ ਨੇ, ਪੁੱਛੀਏ ਵੀ ਬਾਬਾ ਕਾਹਦੇ ਲਈ ਬੈਠਾ? ਉਹ ਕਹਿੰਦੇ ਸਵਰਗ ਮੰਗਦਾ ਪਿਆ। ਸਾਡੇ ਤੋਂ ਵੱਡਾ ਮੰਗਤਾ ਹੋਇਆ ਨਾ ਵੀ ਸਵਰਗ ਦੇ ਵਿੱਚ 72 ਹੂਰਾਂ ਗੋਡੇ ਘੁੱਟਣਗੀਆਂ, ਅੰਗੂਰਾਂ ਦੇ ਸ਼ਰਾਬ ਦੀਆਂ ਨਦੀਆਂ, ਉੱਥੇ ਸ਼ਹਿਦ ਦੀਆਂ ਨਦੀਆਂ, ਖਾਣ ਪੀਣ ਨੂੰ ਸਾਰਾ ਕੁਛ, ਬਾਗ ਨਿਰੇ ਫਲ ਫੁੱਲ, ਤੇ ਕਰਨਾ ਬਾਬੇ ਨੇ ਕੱਖ ਨਹੀਂ, ਬਸ ਬੈਠੇ। ਉਹ ਵੱਡਾ ਹੋ ਗਿਆ ਨਾ ਸਾਡੇ ਤੋਂ। ਉਹ ਐਵੇਂ ਭੀਖ ਨਹੀਂ ਮੰਗਦਾ। ਮੰਨੈ ਨਾਨਕ ਭਵੇਂ ਨਾ ਭੇਖੋ, ਆਪ ਦਾਤੇ ਬਣ ਜਾਂਦੇ ਨੇ। ਉਹ ਆਪ ਕਿਰਤ ਕਰਦੇ ਨੇ, ਉਹਨਾਂ ਨੂੰ ਸਮਝ ਪੈ ਜਾਂਦੀ ਹੈ ਕਿ ਸਾਰੇ ਗੁਣ ਮੇਰੇ ਅੰਦਰ ਪਏ ਨੇ। ਉਹਨਾਂ ਨੂੰ ਅੰਦਰੋਂ ਖਜ਼ਾਨਾ ਮਿਲ ਜਾਂਦਾ ਹੈ, ਉਹਨਾਂ ਨੂੰ ਇੱਕ ਰਾਸਤਾ ਮਿਲ ਜਾਂਦਾ ਹੈ। ਉਹ ਆਪ ਖੁਦ ਐਸੀ ਜ਼ਿੰਦਗੀ ਜੀਂਦੇ ਨੇ, ਉਹ ਦਰ ਦਰ ਦੇ ਉੱਤੇ ਮੰਗਦੇ ਨਹੀਂ ਫਿਰਦੇ। ਅਸੀਂ ਕਿਉਂ ਭਟਕ ਗਏ? ਰੀਜਨ ਕਿ ਗੁਰੂ ਦੀ ਪਾਵਨ ਬਾਣੀ ਨੂੰ ਆਪ ਨਹੀਂ ਪੜ੍ਹਿਆ। ਅਸੀਂ ਪਾਠ ਕਰਾਉਣ ਲੱਗ ਗਏ, ਆਪ ਨਹੀਂ ਕੀਤਾ। ਅਸੀਂ ਆਪ ਬਾਣੀ ਨੂੰ ਨਹੀਂ ਵਿਚਾਰਿਆ, ਇਸ ਐਂਗਲ ਤੋਂ ਤਾਂ ਬਿਲਕੁਲ ਵੀ ਨਹੀਂ ਵਿਚਾਰਿਆ। ਮੰਨਣ ਦੀ ਗੱਲ ਤਾਂ ਬਿਲਕੁਲ ਵੀ ਨਹੀਂ ਕੀਤੀ ਬਹੁਤੇ ਲੋਕਾਂ ਨੇ।
ਸਾਨੂੰ ਪ੍ਰਚਾਰ ਹੀ ਇਹ ਦਿੱਤਾ ਗਿਆ ਕਿ ਇੰਨੇ ਪਾਠ ਕਰ ਲਓ, ਆਹ ਪਾਠ ਕਰਾ ਲਓ, ਤੁਹਾਨੂੰ ਇੰਜ ਮਿਲ ਜਾਏਗਾ। ਤੁਹਾਨੂੰ ਮਿਲੇ ਨਾ ਮਿਲੇ, ਪਾਠ ਕਰਨ ਵਾਲਿਆਂ ਨੂੰ ਤੇ ਮਿਲ ਗਿਆ ਨਾ, ਜਿਨ੍ਹਾਂ ਦੀਆਂ ਲੜੀਆਂ ਚੱਲਦੀਆਂ ਨੇ ਉਹਨਾਂ ਨੂੰ ਤੇ ਮਿਲ ਗਿਆ ਨਾ। ਕਹਿਣ ਤੋਂ ਮੁਰਾਦ ਕਿ ਜਿਹੜਾ ਬੰਦਾ ਰੱਬ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਗੁਰੂ ਦੀ ਬਾਣੀ ਨੂੰ ਸਮਝ ਕੇ ਉਹਦੇ ਤੇ ਅਮਲ ਕਰਦਾ ਹੈ, ਉਹ ਫਿਰ ਭੀਖ ਵਾਸਤੇ ਨਹੀਂ ਫਿਰਦਾ, ਉਹ ਦਰ ਦੇ ਉੱਤੇ ਮੁਹਤਾਜ ਨਹੀਂ ਕਿਸੇ ਦਾ ਹੁੰਦਾ, ਉਹ ਬੇਮੁਹਤਾਜ ਹੋ ਜਾਂਦਾ, ਉਹ ਕੇਵਲ ਇੱਕ ਦਾਤੇ ਦੇ ਦਰ ਦੇ ਉੱਤੇ ਝੁਕਦਾ ਹੈ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ, ਮਿਲੇ ਕਿਰਪਾ ਗੁਣ ਨਾਮ। ਉਹਨੂੰ ਇਹ ਸਮਝ ਪੈ ਜਾਂਦੀ ਹੈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਕਿ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਦਾਤਾ ਹੈ, ਇੱਕੋ ਹੀ ਦਾਤਾ ਹੈ। ਇਹ ਗੱਲ ਮੈਨੂੰ ਭੁੱਲੇ ਨਾ, ਔਰ ਹਕੀਕਤ ਹੈ। ਫਿਰ ਉਹਨਾਂ ਨੂੰ ਇਹ ਗੱਲ ਭੁੱਲਦੀ ਨਹੀਂ, ਉਹ ਦਰ ਦੇ ਉੱਤੇ ਫਿਰ ਮੰਗਦੇ ਨਹੀਂ, ਔਰ ਉਹ ਭਿਖਾਰੀ ਨਹੀਂ ਬਣਦੇ, ਸਗੋਂ ਉਹ ਚੰਗਾ ਉੱਤਮ ਸੋਹਣਾ ਜੀਵਨ ਜੀਂਦੇ ਹਨ। ਗੁਰੂ ਪਾਤਸ਼ਾਹ ਜੀ ਰਹਿਮਤ ਕਰੇ ਕਿ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਸੁਣੀਏ, ਗੁਰਬਾਣੀ ਨੂੰ ਆਪ ਸਮਝੀਏ, ਔਰ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਅਮਲ ਕਰੀਏ। ਐਸਾ ਨਾਮ ਨਿਰੰਜਨ ਹੋਵੇ, ਇਹੋ ਜਿਹਾ ਹੈ ਪ੍ਰਭੂ ਦਾ ਹੁਕਮ ਮਹਾਨ। ਪਰ ਇਹ ਮਹਾਨਤਾ ਕਿਹਨੂੰ ਮਿਲੇਗੀ? ਜੇ ਕੋ ਮਨ ਜਾਣੇ ਮਨ ਕੋਇ।